ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ। ਸੋ ਪੰਜਾਬ ਅਤੇ ਦੇਸ਼ ਭਰ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਤੇ ਹਮੇਸ਼ਾ ਦੀ ਤਰ੍ਹਾਂ ਚਰਚਾ ਕਰਨ ਲਈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਜੀ, ਸੋ ਸੰਗਰੂਰ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਅੱਜ ਸ਼ਾਮ ਨੂੰ ਜੋ ਹੈ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ। ਸੋ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਕਿਹੜੀਆਂ ਪਾਰਟੀਆਂ ਜਨਤਾ ਦੇ ਰੂਬਰੂ ਹੋ ਰਹੀਆਂ ਨੇ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਗੱਲ ਜ਼ਰੂਰ ਕਰਾਂਗੇ ਡੱਲਾ ਜੀ, ਤੁਹਾਡੇ ਤੋਂ ਜਾਣਕਾਰੀ ਇਸ ਤੇ ਵੀ ਲਵਾਂਗੇ ਕਿਹੜੇ ਮੁੱਦੇ ਨੇ, ਕੀ ਇਹਨਾਂ ਮੁੱਦਿਆਂ ਦੇ ਨਾਲ ਸੰਗਰੂਰ ਜ਼ਿਮਨੀ ਚੋਣ ਜਿੱਤੀ ਜਾ ਸਕਦੀ ਹੈ। ਉਸ ਤੋਂ ਬਾਅਦ ਨਾਲ ਹੀ ਗੱਲ ਜ਼ਰੂਰ ਕਰਾਂਗੇ ਜਿਹੜਾ ਅਗਨੀਪਥ ਯੋਜਨਾ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਮਿਲਿਆ ਜੁਲਿਆ ਪ੍ਰਭਾਵ ਦੇਖਣ ਨੂੰ ਮਿਲਿਆ ਤੇ ਇਸ ਨੂੰ ਲੈ ਕੇ ਹੋਰ ਕੀ ਅਪਡੇਟ ਹੈ ਤੇ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਵਿੱਚ ਵੀ ਜਿਹੜੇ ਦੋ ਸ਼ੂਟਰ ਫੜੇ ਗਏ ਨੇ ਉਸ ਦੇ ਉੱਪਰ ਵੀ ਅਪਡੇਟ ਦੀ ਪੂਰੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸੰਗਰੂਰ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖ ਵਿਲਾਸ ਦਾ ਮੁੱਦਾ ਜ਼ਰੂਰ ਛੇੜਿਆ ਗਿਆ। ਸੋ ਜਾਂਦੇ ਜਾਂਦੇ ਅਜਿਹੇ ਮੁੱਦੇ ਛੇੜੇ ਗਏ ਕਿ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਅਜਿਹੇ ਮੁੱਦਿਆਂ ਤੇ ਸਿਆਸਤ ਹੋਣੀ ਬਣਦੀ ਸੀ ਜਾਂ ਮੁੱਦੇ ਕੁਝ ਹੋਰ ਹੋਣੇ ਚਾਹੀਦੇ ਸੀ ਜਿਨ੍ਹਾਂ ਤੇ ਸਿਆਸਤ ਕੀਤੀ ਜਾ ਸਕਦੀ। ਦੇਖੋ, ਤੁਸੀਂ ਬਹੁਤ ਵੱਡਾ ਸਵਾਲ ਕੀਤਾ। ਆਮ ਆਦਮੀ ਪਾਰਟੀ ਬਦਲਾਅ ਦੀ ਸਿਆਸਤ ਦਾ ਇੱਕ ਮਾਡਲ ਲੈ ਕੇ ਪੰਜਾਬ ਦੇ ਵਿੱਚ ਆਈ ਸੀ ਔਰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਮਾਡਲ ਨੂੰ ਲੋਕਾਂ ਨੇ ਪਸੰਦ ਬਹੁਤ ਕੀਤਾ ਸੀ। ਆਪ ਮੁਹਾਰੇ ਲੋਕਾਂ ਨੇ ਹਰਜੋਤ ਜੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਔਰ ਜਿੰਨੀ ਉਮੀਦ ਸੀ ਆਮ ਆਦਮੀ ਪਾਰਟੀ ਨੂੰ ਉਹਦੇ ਨਾਲੋਂ ਕਿਤੇ ਜ਼ਿਆਦਾ 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ। ਪਰ ਹੁਣ ਵੀ ਜਿਹੜਾ ਇਹ ਚੋਣ ਪ੍ਰਚਾਰ ਸੀ ਆਮ ਆਦਮੀ ਪਾਰਟੀ ਦਾ, ਸ਼ੁਰੂਆਤ ਦੇ ਵਿੱਚ ਇਹ ਚੋਣ ਪ੍ਰਚਾਰ ਬਹੁਤ ਮੱਠਾ ਦਿਖਿਆ। ਜਿੰਨੀ ਦੇਰ ਤੱਕ ਭਗਵੰਤ ਮਾਨ ਰੋਡ ਸ਼ੋਅ ਕਰਨ ਨਹੀਂ ਆਏ, ਆਪ ਐਕਟਿਵ ਨਹੀਂ ਹੋਏ, ਕੋਈ ਬਹੁਤ ਜ਼ਿਆਦਾ ਚੋਣ ਪ੍ਰਚਾਰ ਭਖਿਆ ਨਹੀਂ ਸੀ ਆਮ ਆਦਮੀ ਪਾਰਟੀ ਦਾ ਵੀ ਔਰ ਦੂਸਰੀਆਂ ਪਾਰਟੀਆਂ ਦਾ ਵੀ ਚੋਣ ਪ੍ਰਚਾਰ ਬਹੁਤਾ ਭਖਿਆ ਨਹੀਂ। ਪਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, 92 ਸੀਟਾਂ ਆਈਆਂ ਸੀ, ਉਮੀਦ ਇਹ ਕੀਤੀ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਨੂੰ ਤਾਂ ਸ਼ਾਇਦ ਪ੍ਰਚਾਰ ਕਰਨ ਦੀ ਲੋੜ ਹੀ ਨਾ ਪਵੇ, ਆਪ ਮੁਹਾਰੇ ਹੀ ਲੋਕ ਵੋਟਾਂ ਪਾ ਦੇਣ। ਪਰ ਡੈਮੋਕ੍ਰੇਸੀ 'ਚ ਸਮਾਂ ਬਦਲਦਾ। 3 ਮਹੀਨਿਆਂ ਦੇ ਵਿੱਚ ਹਾਲਾਤ ਜ਼ਮੀਨ ਦੇ ਬਹੁਤ ਜ਼ਿਆਦਾ ਬਦਲੇ ਤੇ ਜਦੋਂ ਭਗਵੰਤ ਮਾਨ ਮੈਦਾਨ 'ਚ ਆਏ ਤੇ ਉਹਨਾਂ ਨੇ ਜਦੋਂ ਦੇਖਿਆ ਤੇ ਉਹਨਾਂ ਨੂੰ ਲੱਗਿਆ ਕਿ ਸਥਿਤੀਆਂ ਉਨੀਆਂ ਆਸਾਨ ਨਹੀਂ ਹੈ ਜਿੰਨੀਆਂ ਅਸੀਂ ਸਮਝ ਰਹੇ ਸੀ। ਔਰ ਉਸ ਤੋਂ ਬਾਅਦ ਭਗਵੰਤ ਮਾਨ ਨੇ ਕਰਪਸ਼ਨ ਦਾ ਜਿਹੜਾ ਮੁੱਦਾ ਹੈ, ਉਹ ਕਰਪਸ਼ਨ ਦਾ ਮੁੱਦਾ ਜਿਹੜਾ ਉਹ ਖੋਲਿਆ। ਉਹਨਾਂ ਨੇ ਲਗਾਤਾਰ ਹਰ ਮੰਚ ਤੋਂ ਬੋਲਣਾ ਸ਼ੁਰੂ ਕੀਤਾ ਕਿ ਅਸੀਂ ਮੰਤਰੀਆਂ ਦੀ ਕਰਪਸ਼ਨ ਨੂੰ ਬਖਸ਼ਾਂਗੇ ਨਹੀਂ। ਹਾਲਾਂਕਿ ਉਹਨਾਂ ਨੇ 2 ਵੱਡੇ ਕੰਮ ਪਹਿਲਾਂ ਕੀਤੇ ਸੀ। ਸਾਧੂ ਸਿੰਘ ਧਰਮਸੋਤ ਜੇਲ੍ਹ ਭੇਜ ਦਿੱਤੇ ਗਏ ਸੀ ਇਸ ਪ੍ਰਕਿਰਿਆ ਦੇ ਦੌਰਾਨ ਹੀ, ਔਰ ਉਹਨਾਂ ਨੇ ਆਪਣਾ ਮੰਤਰੀ ਵੀ ਬਰਖਾਸਤ ਕੀਤਾ ਸੀ ਭਗਵੰਤ ਮਾਨ ਉਹਨਾਂ ਨੇ ਰਿਸ਼ਵਤ ਦੇ ਇਲਜ਼ਾਮਾਂ ਤੋਂ ਬਾਅਦ, ਰਿਸ਼ਵਤ ਮੰਗਣ ਦੇ ਇਲਜ਼ਾਮਾਂ ਤੋਂ ਬਾਅਦ। ਸੋ ਇਸ ਕਰਕੇ ਉਹਨਾਂ ਨੇ ਕਰਪਸ਼ਨ ਦੇ ਮੁੱਦੇ ਤੇ ਅੱਗੇ ਵਧਣਾ ਠੀਕ ਚਾਹਿਆ ਭਗਵੰਤ ਮਾਨ ਨੇ। ਔਰ ਮੰਤਰੀਆਂ ਦਾ ਬਿਆਨ ਲਗਾਤਾਰ ਦਿੰਦੇ ਸੀ ਵੀ ਕਈ ਮੰਤਰੀ ਲਿਸਟ 'ਚ ਹੈ, ਅਸੀਂ ਫਾਈਲਾਂ ਕੱਢ ਰਹੇ ਹਾਂ, ਸਾਡੇ ਕੋਲੇ ਸੂਚੀਆਂ ਬਣ ਰਹੀਆਂ ਨੇ, ਵਿਜੀਲੈਂਸ ਜਾਂਚ ਕਰ ਰਹੀ ਹੈ ਔਰ ਵਿਜੀਲੈਂਸ ਦੀ ਗਤੀਵਿਧੀ ਵੀ ਤੇਜ਼ ਹੋਈ ਸੀ। ਉਸ ਚੀਜ਼ ਦਾ ਫਰਕ ਪਿਆ। ਪਰ ਅਖੀਰ 'ਚ ਉਹਨਾਂ ਨੂੰ ਲੱਗਿਆ ਕਿ ਅਕਾਲੀ ਦਲ ਨੂੰ ਵੀ ਸਾਨੂੰ ਨਿਸ਼ਾਨੇ ਤੇ ਲੈਣਾ ਪੈਣਾ ਤੇ ਆਖਿਰ ਵਾਲੇ 2-3 ਦਿਨ ਨੇ ਉਦੋਂ ਭਗਵੰਤ ਮਾਨ ਨੇ ਫਿਰ ਸੁਖਬੀਰ ਬਾਦਲ ਤੇ ਸਿਆਸੀ ਹਮਲਾ ਕਰਨ ਲਈ ਸੁਖ ਵਿਲਾਸ ਦਾ ਮੁੱਦਾ ਕੱਢਿਆ। ਉਹ ਆਪਣੀਆਂ ਮੰਚਾਂ ਤੇ ਬੋਲਣ ਲੱਗ ਗਏ ਕਿ ਸੁਖ ਵਿਲਾਸ ਹੈ ਜਿਹੜਾ ਉਹਦੀ ਉਸਾਰੀ ਕੀਤੀ ਗਈ ਹੈ, ਜੰਗਲਾਤ ਜਿਹੜਾ ਮਹਿਕਮੇ ਦੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ। ਇੱਕ ਤਰੀਕੇ ਨਾਲ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਅਸੀਂ ਫਾਈਲਾਂ ਮੰਗਾ ਲੀਆਂ ਕੈਬਨਿਟ ਦੇ ਵਿੱਚ, ਇਹ ਨਿਯਮਾਂ ਨੂੰ ਆਪ ਹੀ ਤਿਆਰ ਕਰਕੇ ਉੱਥੇ ਹੋਟਲ ਦੀ ਉਸਾਰੀ ਕੀਤੀ ਗਈ। ਇੱਕ ਤਰੀਕੇ ਨਾਲ ਉਹਨਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸੁਖ ਵਿਲਾਸ ਬਣਿਆ, ਜਿਹੜਾ ਇਹ ਹੋਟਲ ਹੈ ਇੱਕ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਾਦਲਾਂ ਦਾ, ਉਸ ਪਰਿਵਾਰ ਦਾ ਉਹਦੇ ਨਾਲ ਸੰਬੰਧ ਹੈ, ਉਹਦੀ ਮਾਲਕੀ 'ਚ, ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨ ਨੇ ਕਿ ਅਸੀਂ ਇਹ ਸੁਖ ਵਿਲਾਸ ਦੇ ਮਾਮਲੇ ਤੇ ਵੀ ਹੁਣ ਕਾਰਵਾਈ ਕਰਾਂਗੇ, ਇਹਦੇ ਵਿੱਚ ਵੀ ਨਿਯਮਾਂ ਦੀ ਉਲੰਘਣਾ ਜਾਂ ਕੋਈ ਕਰਪਸ਼ਨ ਹੈ, ਤਾਂ ਕਿ ਜਿਵੇਂ ਭਗਵੰਤ ਮਾਨ ਕਾਂਗਰਸ ਨੂੰ ਡੀਲ ਕਰ ਰਹੇ ਸੀ ਉਸੇ ਤਰ੍ਹਾਂ ਅਕਾਲੀ ਦਲ ਦੇ ਨਾਲ ਵੀ ਸੰਗਰੂਰ ਦੇ ਵਿੱਚ ਉਹ ਸਿੱਧੀ ਇੱਕ ਨੈਤਿਕਤਾ ਦੇ ਤੌਰ ਤੇ ਇੱਕ ਲੀਡ ਹਾਸਲ ਕਰਨ ਚੋਣ ਪ੍ਰਚਾਰ 'ਚ। ਪਰ ਸੁਖਬੀਰ ਬਾਦਲ ਅੱਗਿਓਂ ਸਿੱਧੇ ਹਮਲੇ ਤੇ ਆ ਗਏ। ਸੁਖਬੀਰ ਬਾਦਲ ਵੀ ਔਰ ਉਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਐਡਵਾਈਜ਼ਰ ਰਹੇ ਨੇ, ਬੜੇ ਸੀਨੀਅਰ ਅਕਾਲੀ ਦਲ ਦੇ ਜਿਹੜੇ ਨੇ ਉਹ ਸਪੋਕਸ ਪਰਸਨ ਵੀ ਨੇ, ਹਰਚਰਨ ਸਿੰਘ ਬੈਂਸ, ਉਹ ਵੀ ਖੁੱਲ ਕੇ ਆ ਗਏ ਔਰ ਪੂਰਾ ਅਕਾਲੀ ਦਲ
ਔਰ ਸੁਖਬੀਰ ਬਾਦਲ ਨੇ ਕਹਿਤਾ ਵੀ ਅਗਰ ਹਿੰਮਤ ਹੈ ਭਗਵੰਤ ਮਾਨ ਚ ਤਾਂ ਉਹ ਕਾਰਵਾਈ ਕਰੇ। ਇਹ ਕਹਿ ਦੇਣਾ ਹਿੰਮਤ ਹੈ ਤਾਂ ਕਾਰਵਾਈ ਕਰੋ, ਉਹਦੇ ਨਾਲ ਸੁਖਬੀਰ ਬਾਦਲ ਨੇ ਵੀ ਪਲਟਵਾਰ ਭਗਵੰਤ ਮਾਨ ਤੇ ਕੀਤਾ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਮੁੱਦਿਆਂ ਦੀ ਬਜਾਏ ਭਗਵੰਤ ਮਾਨ ਵੱਡੇ ਮੁੱਦੇ ਪੰਜਾਬ ਦੇ ਲੈ ਕੇ ਜਾਂਦੇ। ਭਗਵੰਤ ਮਾਨ ਪਾਰਲੀਮੈਂਟ ਚ ਪੰਜਾਬ ਦੇ ਮੁੱਦੇ ਲੈ ਕੇ ਜਾਂਦੇ ਰਹੇ ਨੇ। ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਚਾਰ ਹੈ ਉਹ 3 ਮਹੀਨਿਆਂ ਦੀ ਕਾਰਗੁਜ਼ਾਰੀ ਤੇ ਕੇਂਦਰਿਤ ਰਿਹਾ, ਔਰ ਕਾਂਗਰਸੀਆਂ ਦੀ ਅਕਾਲੀ ਦਲ ਤੇ ਕਰਪਸ਼ਨ ਦੇ ਐਲੀਗੇਸ਼ਨਸ ਤੇ ਨਿਰਭਰ ਰਿਹਾ। ਜ਼ਿਆਦਾਤਰ ਕਰਪਸ਼ਨ ਦੇ ਇਲਜ਼ਾਮ ਲਾਉਂਦੇ ਰਹੇ ਭਗਵੰਤ ਮਾਨ ਵੀ, ਕਦੇ ਅਕਾਲੀ ਦਲ ਤੇ ਕਦੇ ਕਾਂਗਰਸੀਆਂ ਤੇ। ਜਦਕਿ ਲੋਕ ਸਭਾ ਦੀ ਚੋਣ ਚ ਜਿਹੜਾ ਮੈਂਬਰ ਭੇਜਿਆ ਜਾਣਾ ਉਹ ਚ ਪੰਜਾਬ ਦੇ ਜਿਹੜੇ ਵੱਡੇ ਮੁੱਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਚੱਕਿਆ ਗਿਆ। ਬੰਦੀ ਸਿੱਖਾਂ ਦਾ ਮਸਲਾ, ਕਿਉਂਕਿ ਨੈਤਿਕਤਾ ਦੇ ਤੌਰ ਤੇ ਜ਼ਿੰਮੇਵਾਰੀ ਤਾਂ ਪੰਜਾਬ ਦੇ ਹਰ ਐਮਪੀ ਦੀ ਬਣਦੀ ਹੈ ਕਿ ਉਹ ਪੰਜਾਬ ਦੇ ਮਸਲੇ ਪਾਰਲੀਮੈਂਟ 'ਚ ਜਾ ਕੇ ਚੱਕੇ। ਉਹ ਭਾਵੇਂ ਬੰਦੀ ਸਿੱਖਾਂ ਦਾ ਮਸਲਾ ਹੈ, ਉਹ ਭਾਵੇਂ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਦਾ ਮਸਲਾ ਹੈ, ਉਹ ਭਾਵੇਂ ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ, ਭਾਵੇਂ SYL ਦਾ ਮਸਲਾ ਹੈ। ਹਜੇ ਵੀ SYL ਦਾ ਮਸਲਾ ਜਿਹੜਾ ਹੈ ਉਹ ਉਸੇ ਤਰ੍ਹਾਂ ਬਰਕਰਾਰ ਹੈ। ਔਰ ਭਾਵੇਂ ਸਾਡੀ ਕਿਸਾਨੀ ਦੀ ਕਰਜ਼ਾ ਮਾਫੀ ਦੀ ਗੱਲ ਹੈ, ਭਾਵੇਂ ਸਟੇਟ ਲਈ ਆਰਥਿਕ ਪੈਕੇਜ ਦੀ ਗੱਲ ਹੈ, ਭਾਵੇਂ ਜਿਹੜੇ ਸਾਡੇ ਸਰਹੱਦੀ ਸੂਬਿਆਂ ਦੇ ਜਿਹੜੇ ਸਰਹੱਦੀ ਇਲਾਕਿਆਂ ਦੇ ਕਿਸਾਨ ਹੈ ਉਹਨਾਂ ਦੀਆਂ ਜ਼ਮੀਨਾਂ ਦੇ ਮਸਲੇ ਆ, ਉਹਨਾਂ ਦੇ ਮੁਆਵਜ਼ਿਆਂ ਦੇ ਮਸਲੇ ਆ, ਸੈਂਕੜੇ ਅਜਿਹੇ ਮਸਲੇ ਨੇ। ਭਾਵੇਂ ਸਾਡੇ ਜਿਹੜੇ ਪੰਜਾਬੀ ਭਾਸ਼ਾ ਦੇ ਹੱਕ ਦੀ ਗੱਲ ਹੈ। ਸੋ ਬਹੁਤ ਸਾਰੇ ਅਜਿਹੇ ਮਸਲੇ ਨੇ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮਸਲੇ ਨੇ, ਫੌਜ 'ਚ ਭਰਤੀਆਂ ਤੱਕ ਦੇ ਮਸਲੇ ਨੇ। ਇਹ ਪਾਰਲੀਮੈਂਟ ਦੇ ਜ਼ਰੀਏ ਇਹ ਮਸਲੇ ਅੱਗੇ ਵਧਣੇ ਨੇ। ਸਾਡੇ ਪੰਜਾਬ ਦੀਆਂ ਕਿਤਾਬਾਂ 'ਚ ਸਾਡਾ ਇਤਿਹਾਸ ਕਿਵੇਂ ਪੜ੍ਹਾਇਆ ਜਾਵੇ, ਪੰਜਾਬ ਦੇ ਇਤਿਹਾਸ ਨੂੰ NCERT ਦੀਆਂ ਕਿਤਾਬਾਂ ਦੇ ਵਿੱਚ ਕਿਵੇਂ ਜਾਰੀ ਰੱਖਿਆ ਜਾਵੇ। ਸਾਡੀ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਸੀ, ਉਹ ਅਖੀਰ 'ਚ ਉਹਨਾਂ ਨੇ ਕਿਹਾ ਜ਼ਰੂਰ ਅਸੀਂ ਚਿੱਠੀ ਲਿਖੀ, ਪਰ ਜਿਹੜੇ ਵੱਡੇ ਮੁੱਦੇ ਸੀ ਪੰਜਾਬ ਦੇ, ਜਿਹੜੇ ਕੇਂਦਰ ਦੇ ਨਾਲ ਸਾਡੇ ਜੁੜੇ ਹੋਏ ਮਸਲੇ ਨੇ, ਉਹਨਾਂ ਤੇ ਕੋਈ ਬਹੁਤ ਵੱਡੀ ਡਿਬੇਟ, ਬਹੁਤ ਵੱਡੇ ਮੰਚਾਂ ਤੇ ਇਹ ਗੱਲ ਉਭਾਰੀ ਨਹੀਂ ਗਈ। ਔਰ ਆਮ ਆਦਮੀ ਪਾਰਟੀ ਕਰਪਸ਼ਨ ਨੂੰ ਮੁੱਖ ਲੈ ਕੇ ਅੱਗੇ ਵੱਧਦੀ ਰਹੀ। ਹਾਲਾਂਕਿ ਅਕਾਲੀ ਦਲ ਬੰਦੀ ਸਿੱਖਾਂ ਦੇ ਦੁਆਲੇ ਫੋਕਸ ਰਿਹਾ। ਕਾਂਗਰਸ ਕੋਲੇ ਵੀ ਕੋਈ ਬਹੁਤ ਵੱਡੇ ਮੁੱਦੇ ਨਹੀਂ ਸੀ ਸਟੇਟ ਦੇ, ਕਾਂਗਰਸ ਜਿਹਦੇ ਨਾਲ ਹੋਰ ਮੁਕਾਬਲੇ ਚ ਆਵੇ। ਕਾਂਗਰਸ ਮੁੱਖ ਰੂਪ ਚ ਜਿਹੜੇ ਆਮ ਆਦਮੀ ਪਾਰਟੀ ਦੇ 3 ਮਹੀਨਿਆਂ ਦੀ ਕਾਰਗੁਜ਼ਾਰੀ ਆ ਉਹਨੂੰ ਫੇਲ ਦੱਸਦੀ ਰਹੀ ਕਿ ਇਹਨਾਂ ਦੇ ਮੁੱਦੇ ਇੰਨੇ ਵਧੀਆ ਨਹੀਂ ਸੀ, ਪੰਜਾਬ ਮਾਡਲ, ਦਿੱਲੀ ਮਾਡਲ ਪੰਜਾਬ ਚ ਨਹੀਂ ਚੱਲ ਸਕਦਾ। ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਹੋਈਆਂ ਨੇ। ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ, ਕਿਉਂਕਿ 3 ਮਹੀਨੇ ਪਹਿਲਾਂ ਵੋਟਾਂ ਪਈਆਂ ਸੀ, ਵੋਟਰ ਦੇ ਮਨ ਦੇ ਉੱਪਰ ਜ਼ਿਮਨੀ ਚੋਣਾਂ ਦਾ ਅਸਰ ਅੱਜ ਵੀ ਸੀ। ਵੋਟਰ ਨੂੰ ਇਹ ਲੱਗਦਾ ਕਿ 3 ਮਹੀਨੇ ਪਹਿਲਾਂ ਜਿਹੜੀਆਂ ਵੋਟਾਂ ਪਈਆਂ ਨੇ ਉਹਦਾ ਫਰਕ ਸਾਡੀ ਜ਼ਿੰਦਗੀ ਤੇ ਕੁਝ ਪਿਆ। ਨਵੀਂ ਸਰਕਾਰ ਨੇ ਸਾਡੀ ਬਿਜਲੀ ਸਸਤੀ ਕੀਤੀ, ਸਾਡੇ ਖਾਤੇ 'ਚ ਰੁਪਈਆ ਪਾਇਆ ਕਿ ਸਾਡੀਆਂ NOC ਆਸਾਨੀ ਨਾਲ ਮਿਲਣਗੀਆਂ, ਸਾਡੇ ਬਿਜਲੀ ਦੇ ਬਿੱਲ ਘਟੇ, ਸਾਡੇ ਮੋਟਰਾਂ ਦੇ ਕਨੈਕਸ਼ਨ ਵਧੇ, ਸਾਨੂੰ ਇਰੀਗੇਸ਼ਨ ਦੇ ਲਈ ਪਾਣੀ ਮਿਲਿਆ, ਸਾਨੂੰ ਪੈਟਰੋਲ ਡੀਜ਼ਲ ਸਾਡਾ ਸਸਤਾ ਹੋਇਆ, ਬਿਜਲੀ ਦੀ ਸਪਲਾਈ ਬਹਾਲ ਹੋਈ। ਆਮ ਲੋਕਾਂ ਲਈ ਤਾਂ ਇਹ ਮੁੱਦੇ ਸੀਗੇ, ਲੇਕਿਨ ਪੋਲੀਟੀਕਲ ਪਾਰਟੀਆਂ ਨੇ ਵੱਡੇ ਮੁੱਦੇ ਸਥਾਪਿਤ ਨਹੀਂ ਕੀਤੇ ਇਹਨਾਂ ਚੋਣਾਂ 'ਚ। ਔਰ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੀ ਸੀ, ਕਿਉਂਕਿ ਭਗਵੰਤ ਮਾਨ MP ਸੀ। ਉਹਨਾਂ ਨੇ ਵੀ ਇਹ ਗੱਲਾਂ ਜ਼ਿਆਦਾ ਨਹੀਂ ਕੀਤੀਆਂ, ਇਕੱਲੇ ਸੁਖ ਵਿਲਾਸ ਦੇ ਦੁਆਲੇ। ਔਰ ਉਸ ਤੋਂ ਪਹਿਲਾਂ ਕਾਂਗਰਸ ਦੇ ਜਿਹੜੇ ਸਾਬਕਾ ਵਿਧਾਇਕ ਜਾਂ ਮੰਤਰੀ ਉਹਨਾਂ ਦੀ ਕਰਪਸ਼ਨ ਦੀਆਂ ਫਾਈਲਾਂ ਚੈੱਕ ਕਰਨ ਦੇ ਜਿਹੜੇ ਇਲਜ਼ਾਮ ਨੇ, ਇਹਦੇ ਤੇ ਫੋਕਸ ਜਿਹੜੀ ਹੈ ਪੂਰੀ ਕੰਪੇਨ ਰਹੀ। ਉਧਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਉਹ ਲੋਕਾਂ ਦੇ ਵਿੱਚ ਵਿਚਰਦੇ ਰਹੇ। ਅਕਾਲੀ ਦਲ ਦੇ ਨਾਲ ਉਹਨਾਂ ਨੇ ਇੱਕ ਤਰੀਕੇ ਨਾਲ ਪੰਥਕ ਏਕਤਾ ਨਹੀਂ ਕੀਤੀ। ਹਾਲਾਂਕਿ ਅੱਜ ਵੀ ਇੰਤਜ਼ਾਰ ਕਰ ਰਹੇ ਨੇ ਕਈ ਲੋਕ ਵੀ ਜੇ ਅੱਜ ਵੀ ਅਕਾਲੀ ਦਲ ਤੇ ਸਿਮਰਨਜੀਤ ਸਿੰਘ ਮਾਨ ਇਕੱਠੇ ਹੋ ਜਾਣ, ਕਿਉਂਕਿ ਦਿੱਲੀ ਦੇ ਜਿਹੜੇ ਕਈ ਵੱਡੇ ਲੀਡਰ ਨੇ, ਖਾਸ ਤੌਰ ਤੇ ਪਰਮਜੀਤ ਸਿੰਘ ਸਰਨਾ, ਉਹਨਾਂ ਨੇ ਵੀ ਕਿਹਾ ਕਿ ਦੋਨੇ ਪੰਥਕ ਧਿਰਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ, ਭਾਵੇਂ ਅਸੀਂ ਚੋਣਾਂ ਤੋਂ ਪਹਿਲਾਂ ਹੋ ਜਾਈਏ। ਉਹਦੀ ਸੰਭਾਵਨਾ ਬਹੁਤ ਘੱਟ ਹੈ। ਹਰਜੋਤ ਜੀ ਕੀ ਅੱਜ ਇਕੱਠੇ ਹੋਣਗੇ ਜੀ, ਸੁਖਬੀਰ ਬਾਦਲ ਵੀ ਔਰ ਅਕਾਲੀ ਦਲ ਵੀ, ਇਹਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ। ਔਰ ਸਿੱਧੂ ਮੂਸੇਵਾਲੇ ਦੇ ਮਾਮਲੇ ਤੋਂ ਬਾਅਦ ਜਿਹੜੀ ਨੌਜਵਾਨੀ ਸੀ ਉਹ ਸਿਮਰਨਜੀਤ ਸਿੰਘ ਮਾਨ ਦੇ ਵੱਲ ਵੀ ਕਾਫੀ ਤੁਰੀ। ਦੀਪ ਸਿੱਧੂ ਦੇ ਜਾਣ ਤੋਂ ਬਾਅਦ ਉਹਦੇ ਸਮਰਥਕ ਵੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਾਫੀ ਤੁਰੇ। ਔਰ ਕੱਲ ਆਖਰੀ ਦਿਨ ਕੇਜਰੀਵਾਲ ਆਏ, ਅੱਜ ਤਾਂ 5 ਵਜੇ ਪ੍ਰਚਾਰ ਖਤਮ ਹੀ ਹੋ ਜਾਣਾ ਹੈ, ਪਰ ਕੱਲ ਆਖਰੀ ਦਿਨ ਕੇਜਰੀਵਾਲ ਵੀ ਆਏ। ਹਰਜੋਤ ਜੀ, ਉਹਨਾਂ ਨੇ ਵੀ ਇਹੀ ਗੱਲ ਕੀਤੀ। ਮੈਂ ਭਾਸ਼ਣ ਸੁਣ ਰਿਹਾ ਸੀ ਉਹਨਾਂ ਦਾ ਰੋਡ ਸ਼ੋਅ ਦਰਮਿਆਨ, ਕਿ ਇਸ ਵਾਰ ਤੁਸੀਂ ਜੋ
ਅਸੀਂ ਮੁੱਦੇ ਪਾਰਲੀਮੈਂਟ 'ਚ ਵੀ ਚੱਕਾਂਗੇ ਪੰਜਾਬ ਦੇ, ਜਿਵੇਂ ਭਗਵੰਤ ਮਾਨ ਚੱਕਦੇ ਸੀ। ਤੁਸੀਂ ਪਿਛਲੀ ਵਾਰ ਨਾਲੋਂ ਵੀ ਐਤਕੀ ਜ਼ਿਆਦਾ ਵੋਟਾਂ ਤੁਸੀਂ ਪਾ ਕੇ ਭੇਜਿਓ, ਸਾਨੂੰ ਸਮਾਂ ਦਿਓ, ਅਸੀਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਹੱਲ ਕਰਾਂਗੇ। ਜੀ ਅਰਵਿੰਦ ਜੀ ਜੀ ਕੇਜਰੀਵਾਲ ਵੀ ਕੋਈ ਬਹੁਤ ਕੁਝ ਖਾਸ ਨਹੀਂ ਸੀ ਕਹਿਣ ਨੂੰ, ਪਰ ਭਗਵੰਤ ਮਾਨ ਤਾਰੀਫਾਂ ਦੇ ਪੁੱਲ ਬੰਨ੍ਹਦੇ ਰਹੇ। ਅਰਵਿੰਦ ਕੇਜਰੀਵਾਲ ਦੇ ਵੀ ਇਹਨਾਂ ਨੇ ਦਿੱਲੀ 'ਚ ਆਹ ਕੀਤਾ, ਦਿੱਲੀ 'ਚ ਸਕੂਲ ਬਣਾਤੇ, ਐਜੂਕੇਸ਼ਨ ਸਿਸਟਮ ਵਧੀਆ ਕਰਤਾ। ਔਰ ਜਦਕਿ ਇਹ ਪਹਿਲਾਂ ਵੀ ਅਸੀਂ ਦੇਖਿਆ, ਪਿੱਛੇ ਜੇ ਸਰਵੇਖਣ ਆਇਆ, ਪੰਜਾਬ ਦਾ ਐਜੂਕੇਸ਼ਨ ਸਿਸਟਮ ਵੀ ਮਾੜਾ ਨਹੀਂ ਉਹਨਾਂ ਸਰਵੇਖਣਾਂ 'ਚ, ਦਿੱਲੀ ਤੋਂ ਅਸੀਂ ਅੱਗੇ ਰਹੇ ਹਾਂ। ਪਰ ਇਸ ਦੇ ਬਾਵਜੂਦ ਹਸਪਤਾਲਾਂ ਨੂੰ ਵਧੀਆ ਬਣਾਉਣ ਦੀ ਗੱਲ, ਔਰ ਸਿਹਤ ਸਹੂਲਤਾਂ ਔਰ ਐਜੂਕੇਸ਼ਨ, ਇਹੀ ਮੁੱਦੇ ਨੇ ਜਿਹੜੇ ਇਹ ਭਗਵੰਤ ਮਾਨ ਜੀ ਨੇ ਕੇਜਰੀਵਾਲ ਦੇ ਸਾਹਮਣੇ ਬੋਲੇ। ਔਰ ਸਿਮਰਨਜੀਤ ਸਿੰਘ ਮਾਨ ਦਾ ਰੋਡ ਸ਼ੋਅ ਵੀ ਆਖਰੀ ਦਿਨ ਬੜਾ ਪ੍ਰਭਾਵੀ ਰਿਹਾ। ਜੇ ਕੇਜਰੀਵਾਲ ਦੇ ਰੋਡ ਸ਼ੋਅ 'ਚ ਰਸ਼ ਸੀ, ਤਾਂ ਸਿਮਰਨਜੀਤ ਸਿੰਘ ਮਾਨ ਦੇ ਰੋਡ ਸ਼ੋਅ ਦੇ ਵਿੱਚ ਵੀ ਚੰਗਾ ਚੋਖਾ ਰਸ਼ ਸੀ ਹਰਜੋਤ ਜੀ। ਸੋ ਮੈਂ ਇਹ ਕਹੂੰਗਾ ਜੀ, ਸੋ ਮੈਂ ਵਾਈਂਡ ਅਪ ਕਰਨ ਲਈ ਜੀ, ਅਕਾਲੀ ਦਲ ਵੀ, ਬੀਜੇਪੀ ਵੀ ਔਰ ਕਾਂਗਰਸ ਵੀ, ਇਹਨਾਂ ਨੇ ਵੀ ਆਖਰੀ ਦਿਨ ਬਹੁਤ ਜ਼ੋਰ ਲਾਇਆ। ਕਿਤੇ ਨੁੱਕੜ ਮੀਟਿੰਗਾਂ ਕੀਤੀਆਂ, ਕਿਤੇ ਛੋਟੀਆਂ ਰੈਲੀਆਂ ਕੀਤੀਆਂ, ਔਰ ਪੈਦਲ ਵੀ ਕਈ ਜਗ੍ਹਾ ਇਹਨਾਂ ਨੇ ਵੀ ਪ੍ਰਚਾਰ ਕੀਤਾ। ਸੋ ਕੁੱਲ ਮਿਲਾ ਕੇ ਜਿਹੜਾ ਚੋਣ ਪ੍ਰਚਾਰ ਹੈ ਅੱਜ ਸ਼ਾਮ ਨੂੰ 5 ਵਜੇ ਖਤਮ ਹੋ ਜਾਣਾ, ਪਰ ਜ਼ੋਰ ਸਾਰੀਆਂ ਪਾਰਟੀਆਂ ਨੇ ਲਾ ਲਿਆ। ਔਰ ਅੱਜ ਆਖਰੀ ਦਿਨ ਹੈ, ਜੋ ਕਿਸੇ ਨੇ ਕਰਨਾ ਹੈ ਆਖਰੀ ਦਿਨ, ਜਿਹੜੇ ਕੋਈ ਰਹਿ ਗਏ ਰੁੱਸੇ ਮਨਾਉਣ ਵਾਲੇ, ਉਹਨਾਂ ਨੂੰ ਮਨਾ ਲੈਣਗੇ, ਜਿਨ੍ਹਾਂ ਕੋਲੇ ਜਾਣਾ ਉਹਨਾਂ ਕੋਲੇ ਜਾ ਲੈਣਗੇ, ਕਿਉਂਕਿ ਅੱਜ ਦਾ ਹੀ ਦਿਨ ਹੈ ਹੁਣ ਜੋ ਕੁਝ ਕਰਨਾ ਹੈ ਪ੍ਰਚਾਰ ਦੇ ਤੌਰ ਤੇ। ਜੀ ਜੀ ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਇੰਨੇ ਦਿਨਾਂ ਦੇ ਵਿੱਚ ਰੋਡ ਸ਼ੋਅ ਵੀ ਹੋ ਗਏ ਨੇ, ਜਨ ਸਭਾਵਾਂ ਵੀ ਹੋ ਗਈਆਂ, ਜਿਵੇਂ ਤੁਸੀਂ ਕਿਹਾ ਕਿ ਰਸ਼ ਵੇਖਣ ਨੂੰ ਮਿਲਿਆ। ਇਹ ਰਸ਼ ਅਸਲੀ ਰੂਪ ਦੇ ਵਿੱਚ ਵੋਟਾਂ ਦੇ ਤੌਰ ਤੇ ਕਿੰਨਾ ਕੁ ਕਿਹੜੀ ਪਾਰਟੀ 'ਚ ਨਜ਼ਰ ਆਏਗਾ, ਖੈਰ ਤਾਂ ਭਾਵੇਂ ਨਤੀਜਿਆਂ ਤੋਂ ਬਾਅਦ ਹੀ ਸਾਹਮਣੇ ਆਊਗਾ। ਪਰ ਇੱਕ ਗੱਲ ਜ਼ਰੂਰ ਹੈ ਕਿ ਅਗਰ ਅਸੀਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਈਏ, ਤਾਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ, ਤਾਂ ਚਾਹੇ ਅਸੀਂ ਦੂਜੀ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ, ਇਲਜ਼ਾਮਾਂ ਦੀ ਸਿਆਸਤ ਹੀ ਜ਼ਿਆਦਾ ਜੋ ਦੇਖਣ ਨੂੰ ਮਿਲਦੀ ਹੈ ਸਾਡੇ ਤੇ ਪੰਜਾਬ ਦੇ ਵਿੱਚ। ਭ੍ਰਿਸ਼ਟਾਚਾਰ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ਦੇ ਉੱਪਰ ਸਵਾਲ ਖੜੇ ਕਰਦੇ ਨਜ਼ਰ ਆਏ ਭਗਵੰਤ ਮਾਨ। ਤਾਂ ਉਸ ਨਾਲ ਹੀ ਸੁਖਬੀਰ ਬਾਦਲ ਇਹ ਕਹਿੰਦੇ ਨਜ਼ਰ ਆਏ ਕਿ ਆਮ ਆਦਮੀ ਪਾਰਟੀ ਤਾਂ ਚੌਥੇ ਨੰਬਰ ਤੇ ਰਹਿ ਜਾਏਗੀ। ਮਤਲਬ ਉਹਨਾਂ ਨੇ ਦਿਖਾਇਆ ਕਿ ਇੰਨਾ ਬੁਰਾ ਹਾਲ ਜੋ ਲੋਕ ਪਸੰਦ ਬਿਲਕੁਲ ਨਹੀਂ ਕਰ ਰਹੇ। ਮਤਲਬ ਅਗਰ ਅਸੀਂ ਥੋੜਾ ਜਿਹਾ ਹੁਣ ਵੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੀਏ ਡੱਲਾ ਜੀ, ਤਾਂ ਮੈਂ ਸਮਝਣਾ ਚਾਹੂੰਗੀ ਕਿ ਕਿਸ ਤਰੀਕੇ ਨਾਲ ਸਿਆਸੀ ਅੰਕਲਨ ਤੁਸੀਂ ਕਰਕੇ ਵੇਖ ਪਾ ਰਹੇ ਹੋ ਕਿ ਕਿੰਨੀ ਕੁ ਗੁੰਜਾਇਸ਼ ਅਗਰ ਅਸੀਂ ਲਗਾ ਸਕੀਏ ਕਿ ਕਿਹੜੀ ਪਾਰਟੀਆਂ, ਪਹਿਲੀਆਂ ਦੋ ਪਾਰਟੀਆਂ ਕਿਹਨਾਂ ਵਿੱਚ ਆਪਸੀ ਬਹੁਤ ਤਗੜਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਦੇਖੋ, ਇਹ ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਕਿ ਬਦਲਾਅ ਦੀ ਸਿਆਸਤ ਹੋ ਰਹੀ ਹੈ। ਆਮ ਆਦਮੀ ਪਾਰਟੀ ਵੀ ਬਦਲਾਅ ਦੀ ਸਿਆਸਤ ਕਰ ਰਹੀ ਹੈ, ਸਿਮਰਨਜੀਤ ਸਿੰਘ ਮਾਨ ਵੀ ਬਦਲਾਅ ਦੀ ਸਿਆਸਤ ਕਰ ਰਹੇ ਨੇ। ਔਰ ਸਿਮਰਨਜੀਤ ਸਿੰਘ ਮਾਨ 2 ਵਾਰੀ ਐਮਪੀ ਬਣੇ ਨੇ, ਇੱਕ ਵਾਰੀ 1989, ਇੱਕ ਵਾਰੀ 1999, ਪਹਿਲਾਂ ਤਰਨਤਾਰਨ ਤੋਂ ਔਰ ਸੰਗਰੂਰ ਤੋਂ, ਔਰ 7ਵੀਂ ਵਾਰ ਚੋਣ ਲੜ ਰਹੇ ਨੇ ਸਿਮਰਨਜੀਤ ਸਿੰਘ ਮਾਨ। ਸੋ ਉਹਨਾਂ ਕੋਲੇ ਵੀ ਤਜਰਬਾ ਬਹੁਤ ਚੰਗਾ ਹੈ। ਆਮ ਆਦਮੀ ਪਾਰਟੀ ਅੱਗੇ ਜਿਹੜੀ ਚੁਣੌਤੀ ਹੈ ਹਰਜੋਤ ਜੀ, ਉਹ ਇਹ ਹੈ ਕਿ ਗੁਰਮੇਲ ਸਿੰਘ ਪਹਿਲੀ ਵਾਰੀ ਚੋਣ ਲੜ ਰਹੇ ਨੇ, ਔਰ ਪਿਛਲੀ ਵਾਰੀ ਚੋਣ ਲੜ ਰਹੇ ਸੀ ਭਗਵੰਤ ਮਾਨ। ਦੇਖੋ, ਜਦ ਤੱਕ ਭਗਵੰਤ ਮਾਨ ਚੋਣ ਪ੍ਰਚਾਰ 'ਚ ਨਹੀਂ ਸੀ ਆਏ, ਤੇ ਪੰਜਾਬ 'ਚ ਆਮ ਆਦਮੀ ਪਾਰਟੀ ਇਸ ਚੋਣ ਨੂੰ ਲੈ ਕੇ ਫਿਰ ਵੀ ਫੋਕਸ 'ਚ ਨਹੀਂ ਸੀ ਆਈ, ਕਿਉਂਕਿ ਭਗਵੰਤ ਮਾਨ ਦਾ ਜਿਹੜਾ ਪੋਲੀਟੀਕਲ ਕੱਦ ਹੈ ਉਹ ਬਹੁਤ ਵੱਡਾ ਹੈ। ਔਰ ਕਈ ਤਰ੍ਹਾਂ ਦੇ ਐਲਾਨ ਚੋਣਾਂ ਦੌਰਾਨ ਭਗਵੰਤ ਮਾਨ ਕਰਦੇ ਆਏ, ਜਿਵੇਂ ਉਹ ਮੈਂ ਸੁਣ ਰਿਹਾ ਸੀ ਕੱਲ ਪਰਸੋਂ, ਉਹ ਪੋਸਟਾਂ ਪਾਈਆਂ ਹੋਈਆਂ ਸੀ ਪੇਜਾਂ ਤੇ ਵੀ, ਭਗਵੰਤ ਮਾਨ ਜੀ ਧੂਰੀ ਦੇ ਵਿੱਚ ਵੀ ਆਪਣੇ ਇੱਕ ਦਫ਼ਤਰ ਬਣਾਉਣਗੇ, ਮੁੱਖ ਮੰਤਰੀ ਦਾ ਦਫ਼ਤਰ ਹੋਊਗਾ, ਧੂਰੀ ਦੇ ਲੋਕਾਂ ਨੂੰ ਜ਼ਿਆਦਾ ਕਿਤੇ ਜਾਣਾ ਨਹੀਂ ਪਊਗਾ। ਕਿਉਂਕਿ ਲੋਕਾਂ ਨੂੰ ਉੱਥੇ ਸ਼ਿਕਾਇਤ ਰਹੀ ਕਿ ਜਿੱਤਣ ਤੋਂ ਬਾਅਦ ਭਗਵੰਤ ਮਾਨ ਜੀ ਧੂਰੀ 'ਚ ਜ਼ਿਆਦਾ ਨਹੀਂ ਆ ਸਕੇ। ਦੇਖੋ, ਇਹ ਸ਼ਿਕਾਇਤ ਹੁੰਦੀ ਹੈ ਕਈ ਵਾਰ। ਇਹ ਕੈਪਟਨ ਦੇ ਨਾਲ ਵੀ ਲੋਕਾਂ ਨੂੰ ਸ਼ਿਕਾਇਤ ਸੀ ਕਿ ਜਿੱਤਣ ਤੋਂ ਬਾਅਦ ਕੈਪਟਨ ਪਟਿਆਲੇ ਘੱਟ ਆਉਂਦੇ ਸੀ। ਇਹ ਸ਼ਿਕਾਇਤ ਹਾਲਾਂਕਿ ਬਾਦਲਾਂ ਨਾਲ ਕਦੀ ਨਹੀਂ ਰਹੀ। ਪ੍ਰਕਾਸ਼ ਸਿੰਘ ਬਾਦਲ ਤਾਂ ਹਮੇਸ਼ਾ ਹੀ ਬੜਾ ਸਰਗਰਮ ਲੀਡਰ ਦੇ ਤੌਰ ਤੇ ਰਹੇ ਨੇ, ਐਕਟਿਵ। ਉਹ ਕਦੀ ਸਵੇਰੇ ਬਾਦਲ ਪਿੰਡ ਹੁੰਦੇ ਸੀ ਤੇ ਸ਼ਾਮ ਨੂੰ ਚੰਡੀਗੜ੍ਹ, ਜਾਂ ਸ਼ਾਮ ਨੂੰ ਬਾਦਲ ਪਿੰਡ ਤੇ ਸਵੇਰ ਨੂੰ ਚੰਡੀਗੜ੍ਹ। ਉਹਨਾਂ ਨਾਲ ਇਹ ਸ਼ਿਕਾਇਤ ਨਹੀਂ ਰਹੀ, ਉਹ ਹਮੇਸ਼ਾ ਲੋਕਾਂ 'ਚ ਰਹੇ ਨੇ। ਪਰ ਕਿਤੇ ਨਾ ਕਿਤੇ ਇਹ ਸ਼ਿਕਾਇਤ ਰਹੀ ਕੈਪਟਨ ਦੇ ਨਾਲ ਵੀ ਕਿ ਉਹ ਲੋਕਾਂ 'ਚ ਜ਼ਿਆਦਾ ਨਹੀਂ ਵਿਚਰੇ। ਔਰ ਭਗਵੰਤ ਮਾਨ ਦੇ ਨਾਲ ਇਹ ਸ਼ਿਕਾਇਤ ਨਹੀਂ ਅਸੀਂ ਕਹਿ ਸਕਦੇ ਕਿ ਉਹ ਲੋਕਾਂ 'ਚ ਨਹੀਂ ਵਿਚਰਦੇ। ਭਗਵੰਤ ਮਾਨ ਘੁੰਮਦੇ ਨੇ, ਲਗਾਤਾਰ ਸਮਾਗਮਾਂ 'ਚ ਜਾਂਦੇ ਨੇ, ਪਰ ਉਹ ਧੂਰੀ ਘੱਟ ਗਏ, ਜਿਹਦੇ ਕਰਕੇ ਉਹਨਾਂ ਨੇ ਉੱਥੇ ਲੋਕਾਂ ਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਰੁੱਝਿਆ ਹੋਇਆ ਸੀ, ਪੰਜਾਬ ਦੇ ਕੰਮ ਸੀ ਤੇ ਮੈਂ ਤੁਹਾਡਾ ਹੀ ਨੁਮਾਇੰਦਾ, ਕਿਉਂਕਿ ਥੋੜਾ ਜਿਹਾ ਉੱਥੇ ਲੋਕਾਂ ਦੇ ਵਿੱਚ, ਸਥਾਨਕ ਲੋਕਾਂ 'ਚ ਰੋਸ ਸੀਗਾ। ਪਰ ਭਗਵੰਤ ਮਾਨ ਜਦੋਂ ਦੇ ਆਪ ਚੋਣ ਪ੍ਰਚਾਰ 'ਚ ਆਏ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਬਹੁਤ ਬਿਹਤਰ ਕੀਤਾ। ਪਰ ਸਿਮਰਨਜੀਤ ਸਿੰਘ ਮਾਨ
ਔਰ ਅਕਾਲੀ ਦਲ ਦਾ ਇਕੱਠਾ ਨਾ ਹੋਣਾ ਕਿਤੇ ਨਾ ਕਿਤੇ ਇਹ ਫਾਇਦੇਮੰਦ ਹੈ ਆਮ ਆਦਮੀ ਪਾਰਟੀ ਲਈ ਵੀ, ਕਾਂਗਰਸ ਲਈ ਵੀ, ਬੀਜੇਪੀ ਲਈ ਵੀ। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਿਉਂਕਿ 15 ਲੱਖ ਤੋਂ ਜ਼ਿਆਦਾ ਵੋਟਰ ਨੇ ਔਰ 15 ਲੱਖ ਤੋਂ ਜ਼ਿਆਦਾ ਵੋਟਰ ਨੇ, ਵੋਟਾਂ ਦੀ ਡਿਵੀਜ਼ਨ ਕਿਸ ਰੂਪ 'ਚ ਹੁੰਦੀ ਹੈ ਕਿ ਪਿਛਲੀਆਂ 3 ਮਹੀਨੇ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਸੀ ਉਸੇ ਤਰ੍ਹਾਂ ਵੋਟਰ ਦਾ ਜਿਹੜਾ ਰੁਝਾਨ ਹੈ ਇੱਕ ਪਾਸੇ ਰਹੂਗਾ, ਜਿਹਦੀ ਸੰਭਾਵਨਾ ਨਹੀਂ ਹੈ। ਵੋਟਰ ਦਾ ਰੁਝਾਨ ਇੱਕ ਪਾਸੇ ਰਹਿਣ ਦੀ ਸੰਭਾਵਨਾ ਬਿਲਕੁਲ ਨਹੀਂ ਹੈ ਕਿਉਂਕਿ ਬਹੁਤ ਸਾਰੇ ਮੁੱਦੇ ਬਦਲ ਗਏ, ਬਹੁਤ ਸਾਰੀਆਂ ਸਥਿਤੀਆਂ ਬਦਲ ਗਈਆਂ। ਹੁਣ ਅਗਰ ਤਾਂ 5 ਕੋਣੀ, 4 ਕੋਣੀ, 6 ਕੋਣੀ ਮੁਕਾਬਲਾ ਹੁੰਦਾ ਹੈ ਤੇ ਫਿਰ ਜਿਹੜਾ ਜਿੱਤ ਦਾ ਮਾਰਜਨ ਹੈ ਹਰਜੋਤ ਜੀ ਉਹ ਬਹੁਤ ਜ਼ਿਆਦਾ ਘਟ ਜਾਏਗਾ। ਔਰ ਜਦੋਂ ਜਿੱਤ ਦਾ ਮਾਰਜਨ ਜਦੋਂ ਘਟੇਗਾ ਫਿਰ ਇਹ ਅੰਦਾਜ਼ਾ ਲਾਣਾ ਬੜਾ ਔਖਾ ਹੋ ਜਾਂਦਾ ਹੈ ਕਿ ਕੌਣ ਜਿੱਤੇਗਾ। ਮੈਨੂੰ ਲੱਗਦਾ ਹੈ ਜਿੱਤ ਦਾ ਮਾਰਜਨ ਬਹੁਤ ਘੱਟ ਰਹੇਗਾ ਔਰ 4, 5, 6 ਕੋਣੀ ਟੱਕਰ ਹੋਏਗੀ ਔਰ ਬਹੁਤ ਫਸਵਾ ਮੁਕਾਬਲਾ ਹੋਏਗਾ। ਸਿਮਰਨਜੀਤ ਸਿੰਘ ਮਾਨ ਦਾ ਇੱਕ ਆਪਣਾ ਲੋਕਾਂ ਦੇ ਵਿੱਚ ਆਧਾਰ ਹੈ, ਭਗਵੰਤ ਮਾਨ ਦਾ ਉਮੀਦਵਾਰ ਨਵਾਂ ਹੈ ਪਰ ਭਗਵੰਤ ਮਾਨ ਦੀ ਸਰਕਾਰ ਹੈ, ਭਗਵੰਤ ਮਾਨ ਮੁੱਖ ਮੰਤਰੀ ਨੇ। ਬੀਜੇਪੀ ਪਹਿਲੀ ਵਾਰੀ ਚੋਣ ਲੜ ਰਹੀ ਹੈ, ਸੰਗਰੂਰ ਵਪਾਰੀਆਂ ਦਾ ਵੀ ਇਲਾਕਾ ਹੈ, ਉੱਥੇ ਸ਼ਹਿਰੀ ਇਲਾਕਾ ਵੀ ਬਹੁਤ ਜ਼ਿਆਦਾ ਹੈ, ਪੇਂਡੂ ਵੀ ਬਹੁਤ ਜ਼ਿਆਦਾ ਹੈ। ਬੀਜੇਪੀ ਸ਼ਹਿਰਾਂ 'ਚ ਕਿੰਨਾ ਕੁ ਪਕੜ ਬਣਾ ਸਕਦੀ ਹੈ ਇਹ ਸਾਹਮਣੇ ਆਏਗਾ ਫਿਰ, ਕਿਉਂਕਿ ਕੇਵਲ ਢਿੱਲੋਂ ਪਹਿਲਾਂ ਕਾਂਗਰਸ 'ਚ ਰਹੇ ਨੇ, ਕੀ ਕਾਂਗਰਸ ਦੇ ਵੱਡੀ ਗਿਣਤੀ ਸਮਰਥਕ ਉਹਨਾਂ ਨਾਲ ਵੋਟਾਂ ਦੇ ਰੂਪ 'ਚ ਜਾਣਗੇ, ਇਹ ਵੀ ਉਹਨਾਂ ਦਾ ਟੈਸਟ ਰਹੂਗਾ। ਕਾਂਗਰਸ ਦਾ ਟੈਸਟ ਰਹੂਗਾ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ 'ਚ ਪਹਿਲੀ ਵਾਰੀ ਲੋਕ ਸਭਾ ਦੀ ਚੋਣ ਹੈ, ਦਲਬੀਰ ਗੋਲਡੀ ਕਿੰਨੇ ਕੁ ਲੋਕਾਂ ਨੂੰ ਪ੍ਰਭਾਵੀ ਕਰ ਸਕਣਗੇ ਧੂਰੀ ਤੋਂ ਬਾਹਰ ਨਿਕਲ ਕੇ, ਔਰ ਸਿੱਧੂ ਮੂਸੇਵਾਲੇ ਦਾ ਅਸਰ ਕਿਸ ਰੂਪ 'ਚ ਰਹੇਗਾ ਕਿ ਸੱਚਮੁੱਚ ਲੋਕਾਂ ਦੇ ਮਨ 'ਚ ਇਹ ਗੁੱਸਾ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਦੁਨੀਆ ਤੋਂ ਗਿਆ ਕਿਤੇ ਨਾ ਕਿਤੇ ਸਰਕਾਰ ਦੀ ਸੁਰੱਖਿਆ ਦੇ ਪ੍ਰਤੀ ਜਿਹੜੀ ਕੁਤਾਹੀ ਵਾਲੀ ਨੀਤੀ ਸੀ ਉਹਦੇ ਕਰਕੇ ਗਿਆ। ਇਹ ਬਹੁਤ ਸਾਰੇ ਫੈਕਟਰ ਨੇ, ਮਲਟੀਪਲ ਫੈਕਟਰ ਨੇ ਹਰਜੋਤ ਜੀ। ਇਹਦੇ ਵਿੱਚ ਬਿਜਲੀ ਪਾਣੀ ਦੇ ਅਸੀਂ ਰੋਜ਼ ਡਿਸਕਸ ਕਰਦੇ ਹਾਂ, ਉਹ ਵੀ ਨੇ ਜਿਹੜੇ ਵਾਅਦੇ ਆਪ ਨੇ ਕੀਤੇ ਸੀ ਕਿ ਉਸ ਰੂਪ 'ਚ ਪੂਰੇ ਹੋਏ ਜਿਵੇਂ ਲੋਕ ਚਾਹੁੰਦੇ ਸੀ, ਇਹ ਵੀ ਇੱਕ ਵੱਡਾ ਫੈਕਟਰ ਹੈ। ਸੋ ਕੁੱਲ ਮਿਲਾ ਕੇ ਇਹ ਤਾਂ ਨਹੀਂ ਕਹਿ ਸਕਦੇ ਜਿੱਤੂ ਕੌਣ, ਪਰ ਫਾਈਟ ਨੇੜਲੀ ਰਹੂਗੀ, ਬਹੁਤ ਨੇੜੇ ਦੀ ਫਾਈਟ ਉੱਥੇ ਹੋਣੀ ਹੈ। ਬਿਲਕੁਲ ਤੁਸੀਂ ਸਹੀ ਕਿਹਾ। ਹਾਲਾਂਕਿ ਜਿਵੇਂ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ, ਪੂਰਾ ਜ਼ੋਰ ਲਗਾਇਆ ਜਾ ਰਿਹਾ ਬੀਜੇਪੀ ਵੱਲੋਂ ਵੀ, ਪਰ ਨੈਗੇਟਿਵ ਪੁਆਇੰਟ ਕਿਤੇ ਨਾ ਕਿਤੇ ਅਗਨੀਪਥ ਯੋਜਨਾ ਬਣਦੀ ਜਾ ਰਹੀ ਹੈ ਜੋ ਸਿਰਫ ਸੂਬੇ ਨਹੀਂ ਦੇਸ਼ ਭਰ ਦੇ ਵਿੱਚ ਜਿਸ ਦਾ ਨੈਗੇਟਿਵ ਜ਼ਰੂਰ ਵੇਖਣ ਨੂੰ ਮਿਲ ਰਿਹਾ ਲੋਕਾਂ ਵੱਲੋਂ। ਸੋ ਕੱਲ ਜਦੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਮਿਲਿਆ ਜੁਲਿਆ ਪ੍ਰਭਾਵ ਦੇਖਣ ਨੂੰ ਜ਼ਰੂਰ ਮਿਲਿਆ। ਰਾਜਾਂ ਵਿੱਚ ਸੁਰੱਖਿਆ ਵਧਾਈ ਗਈ, ਕਈ ਪ੍ਰਬੰਧ ਕੀਤੇ ਗਏ ਕਿ ਕੋਈ ਅਜਿਹੀ ਘਟਨਾ ਨਾ ਵਾਪਰੇ। ਤੇ ਇਸ ਦੇ ਨਾਲ ਹੀ ਅਗਰ ਗੱਲ ਕਰੀਏ, ਰੇਲ ਸੇਵਾ ਬਹੁਤ ਪ੍ਰਭਾਵਿਤ ਹੋਈ, 529 ਗੱਡੀਆਂ ਜੋ ਰੱਦ ਕਰਨੀਆਂ ਪਈਆਂ, ਕਈ ਸ਼ਹਿਰਾਂ ਵਿੱਚ ਲੰਬੇ ਜਾਮ ਵੀ ਦੇਖਣ ਨੂੰ ਮਿਲੇ। ਪਰ ਇਸ ਸਭ ਨੂੰ ਵੇਖ ਕੇ ਓਵਰਆਲ ਇਸ ਚੀਜ਼ ਬਾਰੇ ਜਾਣਨਾ ਚਾਹਾਂਗੇ, ਤੁਸੀਂ ਹਮੇਸ਼ਾ ਜੋ ਹੈ ਸ਼ੋਅ ਦੇ ਵਿੱਚ ਵੀ ਅਗਨੀਪਥ ਯੋਜਨਾ ਦੇ ਫਾਇਦੇ ਹੀ ਦੱਸਦੇ ਆ ਰਹੇ ਹੋ, ਪਰ ਲੋਕ ਜੋ ਹੈ ਲਗਾਤਾਰ ਅਸੀਂ ਦੇਖਦੇ ਹਾਂ ਲੋਕ ਇਸ ਦਾ ਵਿਰੋਧ ਹੀ ਕਰਦੇ ਆ ਰਹੇ ਨੇ। ਮੈਂ ਇਸ ਚੀਜ਼ ਨੂੰ ਹੋਰ ਸਮਝਣਾ ਚਾਹੂੰਗੀ ਕਿ ਭਾਰਤ ਬੰਦ ਦਾ ਸੱਦਾ, ਇਸ ਤਰੀਕੇ ਨਾਲ ਇੰਨਾ ਵਿਰੋਧ ਹੋਣਾ, ਪੀਐਮ ਮੋਦੀ ਵੀ ਕਹਿੰਦੇ ਆ ਰਹੇ ਨੇ ਕਿ ਚੰਗੀ ਚੀਜ਼ਾਂ ਅਸੀਂ ਸ਼ੁਰੂ ਕਰਨਾ ਚਾਹੁੰਦੇ ਹਾਂ, ਪਰ ਬਦਕਿਸਮਤੀ ਹੈ ਕਿ ਲੋਕ ਸਮਝ ਨਹੀਂ ਪਾਉਂਦੇ ਜਾਂ ਅਸੀਂ ਲੋਕਾਂ ਨੂੰ ਸਮਝਾ ਨਹੀਂ ਪਾਉਂਦੇ ਤੇ ਚੰਗੀਆਂ ਚੀਜ਼ਾਂ ਦੀ ਸ਼ੁਰੂਆਤ ਜੋ ਹੈ ਦੇਸ਼ ਵਿੱਚ ਨਹੀਂ ਹੋ ਪਾਉਂਦੀ। ਦੇਖੋ ਮੇਰਾ ਇਹ ਮੰਨਣਾ ਹੈ, ਮੈਂ ਇਹ ਮੰਨਦਾ ਹਰਜੋਤ ਜੀ ਕਿ ਜਿਹੜੀ ਇਹ ਅਗਨੀਪਥ ਯੋਜਨਾ ਹੈ ਇਹ ਭਾਰਤੀ ਫੌਜ ਦੀ ਹੈ ਔਰ ਸਾਡੇ ਮੁਲਕ ਦੇ ਲਈ ਫੌਜ ਇੰਨੀ ਜ਼ਿਆਦਾ ਅਹਿਮੀਅਤ ਰੱਖਦੀ ਹੈ ਸਾਡੇ ਲਈ, ਔਰ ਅਸੀਂ ਫੌਜ ਦੇ ਨਾਲ ਹੀ ਜਿਉਂਦੇ ਹਾਂ। ਔਰ ਮੈਂ ਜੇ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਹੋਣਾ ਹਰਜੋਤ ਜੀ ਜਿੱਥੇ ਸ਼ਹੀਦ ਫੌਜੀ ਦਾ ਬੁੱਤ ਨਹੀਂ ਲੱਗਿਆ। ਹਰ 2-3 ਪਿੰਡਾਂ 'ਚ ਸਾਨੂੰ ਇੱਕ ਦਿਖ ਜਾਂਦਾ ਵੀ ਪਿੰਡ ਦੇ ਬਾਹਰ ਬੁੱਤ ਲੱਗਿਆ ਜਾਂ ਯਾਦਗਾਰੀ ਗੇਟ ਬਣਿਆ, ਔਰ ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ ਜਿੱਥੋਂ ਦਾ ਸਾਡਾ ਨੌਜਵਾਨ ਫੌਜੀ ਕੋਈ ਸ਼ਹੀਦ ਨਾ ਹੋਇਆ ਹੋਵੇ, ਸਾਰੇ ਪਿੰਡਾਂ ਦੇ ਵਿੱਚ ਹੀ। ਔਰ ਇਸੇ ਕਰਕੇ ਤਾਂ ਸਭ ਤੋਂ ਵੱਧ ਫੌਜ ਦੇ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਪੰਜਾਬੀ ਹਮੇਸ਼ਾ ਹਾਸਲ ਕਰਦੇ ਰਹੇ ਨੇ, ਕਿਉਂਕਿ ਦੇਸ਼ ਪ੍ਰੇਮ ਦੀ ਜਿਹੜਾ ਜੋਸ਼ ਹੈ ਉਹ ਪੰਜਾਬੀਆਂ 'ਚ ਸਭ ਤੋਂ ਜ਼ਿਆਦਾ। ਹੁਣ ਤੁਸੀਂ ਦੇਖੋ ਪੂਰੇ ਦੇਸ਼ 'ਚ ਕਿੰਨੇ ਵਿਰੋਧ ਹੋਏ ਨੇ, ਪੂਰੇ ਦੇਸ਼ 'ਚ ਕਿੰਨੇ ਵਿਰੋਧ ਹੋਏ ਨੇ, ਪਰ ਪੰਜਾਬ 'ਚ ਮੈਨੂੰ ਲੱਗਦਾ ਹੈ ਇੱਕਾ ਦੁੱਕਾ ਵਿਰੋਧ ਹੋਏ ਨੇ, ਕੋਈ ਬਹੁਤੇ ਜ਼ਿਆਦਾ ਵਿਰੋਧ ਨਹੀਂ ਹੋਏ। ਉਹ ਵੀ ਪੋਲੀਟੀਕਲ ਵਿਰੋਧ ਹੋਣ ਤੋਂ ਬਾਅਦ ਮਾੜਾ ਮੋਟਾ ਵਿਰੋਧ ਹੋਇਆ। ਕਿਉਂ? ਕਿਉਂਕਿ ਪੰਜਾਬ ਦੇ ਲੋਕ ਫੌਜ ਨੂੰ ਬੜੀ ਨੇੜਿਓਂ ਸਮਝਦੇ ਨੇ, ਔਰ ਫੌਜ ਦੇ ਜਿਹੜੇ ਫੈਸਲੇ ਨੇ, ਫੌਜ ਦੇ ਫੈਸਲਿਆਂ ਦੇ ਵਿੱਚ ਮੈਨੂੰ ਲੱਗਦਾ ਪੋਲੀਟੀਕਲ ਦਖਲ ਨਹੀਂ ਹੋਣਾ ਚਾਹੀਦਾ, ਜਿਹੜਾ ਕਿ ਇਸ ਵਾਰ ਮੈਨੂੰ ਨਜ਼ਰ ਆਇਆ। ਇਹ ਕਾਫੀ ਜ਼ਿਆਦਾ ਮੈਂ ਇਹਨੂੰ ਮੰਦਭਾਗਾ ਮੰਨਦਾ। ਮੈਂ ਦੇਖੋ ਕਾਂਗਰਸ ਸੱਤਿਆਗ੍ਰਹਿ ਕਰ ਰਹੀ ਹੈ, ਕਾਂਗਰਸ ਦੇ ਲੀਡਰ ਟਵੀਟ ਕਰ ਰਹੇ ਨੇ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ, ਹੋਰ ਵੀ ਪੋਲੀਟੀਕਲ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ ਲੀਡਰ ਟਵੀਟ ਕਰ ਰਹੇ ਨੇ,
ਭਗਵੰਤ ਮਾਨ ਨੇ ਵੀ ਟਵੀਟ ਕੀਤਾ, ਹੋਰ ਲੀਡਰਾਂ ਨੇ ਟਵੀਟ ਕੀਤਾ। ਮੈਨੂੰ ਇਹ ਲੱਗਦਾ ਕਿ ਫੌਜ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਫੌਜ ਨੇ ਜਿਹੜਾ ਫੈਸਲਾ ਕੀਤਾ ਅਗਨੀਵੀਰ ਦਾ, ਭਾਰਤ ਸਰਕਾਰ ਨੂੰ ਤਾਂ ਫੌਜ ਨੇ ਕੌਨਫੀਡੈਂਸ 'ਚ ਲੈ ਕੇ ਫੈਸਲਾ ਕੀਤਾ ਹੋਣਾ। ਇਹ ਸਰਕਾਰ ਦਾ ਫੈਸਲਾ ਘੱਟ, ਫੌਜ ਦਾ ਫੈਸਲਾ ਜ਼ਿਆਦਾ ਹੋਣਾ। ਫੌਜ ਤੈਅ ਕਰਦੀ ਹੈ ਕਿ ਦੇਸ਼ ਦੀਆਂ ਸੁਰੱਖਿਆ ਦੀਆਂ ਜ਼ਰੂਰਤਾਂ ਕਿਹੋ ਜਿਹੀਆਂ ਨੇ, ਔਰ ਅਸੀਂ ਜਿਹੜੇ ਨੌਜਵਾਨ ਫੌਜ 'ਚ ਕਿੰਨੇ ਜ਼ਿਆਦਾ ਭਰਤੀ ਕਰਨੇ ਨੇ, ਕਿੰਨੇ ਸਮੇਂ ਲਈ ਭਰਤੀ ਕਰਨੇ ਨੇ। ਇਹ ਫੌਜ ਦੇ ਜਿਹੜੇ ਫੈਸਲੇ ਨੇ, ਇਹ ਮੈਨੂੰ ਲੱਗਦਾ ਇਹ ਜ਼ਿਆਦਾ ਅਹਿਮੀਅਤ ਵਾਲੇ ਹੁੰਦੇ ਨੇ। ਔਰ ਫੌਜ ਨੇ ਬਹੁਤ ਸੋਚ ਸਮਝ ਕੇ ਜਿਹੜੀ ਅਗਨੀਵੀਰ ਯੋਜਨਾ ਹੈ ਇਹਨੂੰ ਲੈ ਕੇ ਆਂਦਾ। ਔਰ ਤੁਸੀਂ ਦੇਖੋ ਹੌਲੀ ਹੌਲੀ ਫੌਜ ਇਹਦੇ ਹੋਰ ਫਾਇਦੇ ਜਿਹੜੇ ਦੱਸ ਰਹੇ ਨੇ। ਹੁਣ ਇੱਥੋਂ ਤੱਕ ਗੱਲ ਬਾਹਰ ਆ ਗਈ, ਕਹਿੰਦੇ ਜਿਹੜੇ ਵਿਦਿਆਰਥੀਆਂ ਨੇ 10ਵੀਂ ਕੀਤੀ ਆ ਉਹਨਾਂ ਕੋਲੇ 12ਵੀਂ ਕਰਨ ਦਾ ਉੱਥੇ ਮੌਕਾ ਹੈ, ਔਰ 12ਵੀਂ ਵਾਲਿਆਂ ਨੂੰ ਗ੍ਰੈਜੂਏਸ਼ਨ ਕਰਨ ਦਾ ਮੌਕਾ ਹੈ। ਜਿਹੜਾ ਇਗਨੂ ਹੈ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਉਹਦੇ ਵੱਲੋਂ ਇੱਕ ਨਵਾਂ ਫਰੇਮਵਰਕ ਬਣਾਇਆ ਜਾਣਾ ਹੈ ਪ੍ਰੀਖਿਆ ਦੇਣ ਦਾ। ਔਰ ਵਿਦਿਆਰਥੀ ਨਾਲੇ ਨੌਕਰੀ ਕਰੂਗਾ, ਨਾਲੇ ਟ੍ਰੇਨਿੰਗ ਲਊਗਾ, ਨਾਲੇ ਤਨਖਾਹ ਲਊਗਾ। ਜਦੋਂ ਵਾਪਸ ਆਊਗਾ ਉਹਦੀ ਡਿਗਰੀ ਕੰਪਲੀਟ ਹੋ ਜਾਣੀ ਹੈ ਗ੍ਰੈਜੂਏਸ਼ਨ ਦੀ। ਉਹਦੇ ਕੋਲੇ ਜ਼ਿੰਦਗੀ 'ਚ ਕਿੰਨੇ ਮੌਕੇ ਆ ਫੌਜ ਦੇ ਵਿੱਚ ਹੋਰ ਪੋਸਟਾਂ ਲਈ, ਉਹ ਅਪਲਾਈ ਕਰ ਸਕੇਗਾ। ਔਰ ਜਿਹੜਾ ਗ੍ਰੈਜੂਏਸ਼ਨ ਕਰਕੇ ਜਾਏਗਾ, ਹਰਜੋਤ ਜੀ, ਜਿਹੜਾ ਗ੍ਰੈਜੂਏਸ਼ਨ ਕਰਕੇ ਜਾਏਗਾ ਉਹਦੇ ਕੋਲੇ ਮੌਕਾ ਹੋਏਗਾ MBA ਕਰਨ ਦਾ। ਤੁਸੀਂ ਦੇਖੋ ਇਹ ਵੀ ਜਿਹੜੀ ਸਥਿਤੀ ਹੈ ਇਹ ਬੜੀ ਚੰਗੀ ਹੈ। ਇਹਦੇ ਲਈ ਵੀ ਇੱਕ ਫਰੇਮਵਰਕ ਹੈ ਜਿਹੜਾ ਉਹ ਬਣੇਗਾ। ਸੋ ਮੈਨੂੰ ਇਹ ਲੱਗਦਾ ਕਿ ਅਗਨੀਵੀਰ ਯੋਜਨਾ, ਮੈਂ ਅੱਜ ਵੀ ਕਹਿਣਾ, ਇਹ ਹੌਲੀ ਹੌਲੀ ਸਾਡੇ ਵਿਦਿਆਰਥੀਆਂ ਨੂੰ ਸਮਝਣਗੇ। ਇਹ ਮੁੱਦੇ 'ਚ ਪੋਲੀਟੀਕਲ ਵਿਰੋਧ ਹੈ ਜਿਹੜਾ ਨਹੀਂ ਹੋਣਾ ਚਾਹੀਦਾ, ਸਕਾਰਾਤਮਕ ਵਿਰੋਧ ਹੋਵੇ। ਜੇ ਨੌਜਵਾਨਾਂ ਨੂੰ ਕੋਈ ਇਤਰਾਜ਼ ਹੈ, ਜਿਨ੍ਹਾਂ ਨੂੰ ਵੀ ਹੈ, ਉਹ ਸੋਸ਼ਲ ਮੀਡੀਆ ਤੇ ਪਾਉਣ, ਫੌਜ ਨੂੰ ਟਵੀਟ ਕਰਨ, ਫੌਜ ਨੂੰ ਚਿੱਠੀ ਲਿਖਣ, ਇੱਕ ਚੰਗੇ ਤਰੀਕੇ ਦੇ ਨਾਲ ਫੌਜ ਦੇ ਧਿਆਨ ਦੇ ਵਿੱਚ ਇਹ ਗੱਲਾਂ ਲਿਆਉਣ। ਫੌਜ ਨੂੰ ਪਤਾ ਹੈ, ਫੌਜ ਨੇ, ਫੌਜ ਮੁਖੀਆਂ ਨੇ, ਜਿਹੜੇ ਸਾਡੇ ਤਿੰਨੇ ਸੈਨਾਵਾਂ ਦੇ ਫੌਜ ਮੁਖੀ ਨੇ, ਉਹਨਾਂ ਨੇ ਆਪੋ ਆਪ ਹੀ ਹੌਲੀ ਹੌਲੀ ਇਹ ਸਾਰੀਆਂ ਗੱਲਾਂ ਸਮਝਦੇ ਹੋਏ ਇਹ ਜਿਹੜੇ ਅਗਨੀਵੀਰ ਯੋਜਨਾ ਦੇ ਨਾਲ ਜੁੜੇ ਜਿਹੜੇ ਪਹਿਲੂ ਨੇ ਉਹਨਾਂ ਨੂੰ ਹੋਰ ਦਰੁਸਤ ਕਰਦੇ ਜਾਣਾ ਜਿੱਥੇ ਜਿੱਥੇ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੋਊਗੀ। ਸੋ ਫੌਜ ਨੇ ਕਹਿ ਵੀ ਦਿੱਤਾ ਕਿ ਇਹ ਯੋਜਨਾ ਜਾਰੀ ਰਹੇਗੀ, ਅਸੀਂ ਇਹਨੂੰ ਬੰਦ ਨਹੀਂ ਕਰਨਾ, ਕਿਉਂਕਿ ਬਹੁਤ ਲੰਮੇ ਤਜਰਬੇ ਤੋਂ ਬਾਅਦ, ਖੋਜ ਵਿੱਚ, ਸੋਚ ਵਿਚਾਰ ਤੋਂ ਬਾਅਦ ਫੌਜ ਨੇ ਇਹ ਯੋਜਨਾ ਲੈ ਕੇ ਆਂਦੀ ਹੈ। ਸੋ ਫੌਜ ਦੇ ਫੈਸਲੇ ਦਾ ਮੈਨੂੰ ਲੱਗਦਾ ਕਿ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ। ਫੌਜ ਬਹੁਤ ਜਿਹੜੀ ਫੌਜ ਦਿਨ ਰਾਤ ਸਾਡੀ ਰਾਖੀ ਕਰਦੀ ਹੈ, ਉਹਨੂੰ ਪਤਾ ਹੈ ਕਿ ਅਸੀਂ ਜੇ ਨੌਜਵਾਨ 4 ਸਾਲਾਂ ਲਈ ਰੱਖ ਰਹੇ ਹਾਂ ਤੇ ਉਹਦੇ ਦੂਰ ਅੰਗਾਮੀ ਜਿਹੜੇ ਦੂਰ ਦੇ ਜਿਹੜੇ ਨਤੀਜੇ ਨੇ ਉਹ ਕੀ ਨਿਕਲਣਗੇ। ਜੀ ਬਿਲਕੁਲ ਢੱਲਾ ਜੀ, ਜਿਵੇਂ ਕਿ ਇਹ ਵੀ ਖਬਰਾਂ ਨੇ ਕਿ 3 ਫੌਜਾਂ ਦੇ ਮੁਖੀਆਂ ਨਾਲ ਮੀਟਿੰਗ ਕਰਨਗੇ PM ਮੋਦੀ। ਕੀ ਲੱਗਦਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਕੀ ਕੁਝ ਬਦਲਾਅ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ? ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਪੂਰੇ ਭਾਰਤ ਵਿੱਚ ਹੀ ਵਿਰੋਧ ਦੇਖਣ ਨੂੰ ਮਿਲ ਰਿਹਾ, ਤਾਂ ਕੀ ਇਹ ਦਬਾਅ ਬਣੇਗਾ ਜ਼ਰੂਰ ਕਿ ਇਸ ਯੋਜਨਾ ਦੇ ਵਿੱਚ ਕੁਝ ਬਦਲਾਅ ਕੀਤੇ ਜਾਣ ਤੇ ਉਸ ਤੋਂ ਬਾਅਦ ਜੋ ਹੈ ਇਸ ਨੂੰ ਸੁਚਾਰੂ ਰੂਪ ਵਿੱਚ ਜਾਰੀ ਕੀਤਾ ਜਾਵੇ? ਦੇਖੋ ਮੈਨੂੰ ਲੱਗਦਾ ਕਿ ਪੋਲੀਟੀਕਲ ਜਿਹੜੀਆਂ ਪਾਰਟੀਆਂ ਨੇ ਜਾਂ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਹੈ, ਉਹਨਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ, ਧਰਨੇ ਪ੍ਰਦਰਸ਼ਨ ਨਹੀਂ ਕਰਨੇ ਚਾਹੀਦੇ। ਸਾੜ ਫੂਕ ਜਿਹੜੇ ਨੌਜਵਾਨਾਂ ਨੇ ਕੀਤੀ, ਜਿਨ੍ਹਾਂ ਨੇ ਵੀ ਕੀਤੀ, ਉਹਨਾਂ ਨੂੰ ਬਚਣਾ ਚਾਹੀਦਾ ਇਹਦੇ ਤੋਂ। ਅਸੀਂ ਤੁਸੀਂ ਜਾਣਾ ਚਾਹੁੰਦੇ ਹੋ ਫੌਜ ਦੇ ਵਿੱਚ ਤੇ ਆਪਣੇ ਦੇਸ਼ ਦੀ ਸੰਪત્ਤੀ ਦਾ ਹੀ ਨੁਕਸਾਨ ਪਹੁੰਚਾ ਰਹੇ ਹੋ। ਦੇਸ਼ ਭਗਤੀ ਦਾ ਇਹ ਹੈ ਕਿ ਅਸੀਂ ਆਪਣੇ ਮੁਲਕ ਦੀਆਂ ਚੀਜ਼ਾਂ ਨੂੰ ਸਾਂਭੀਏ। ਅਸੀਂ ਕੋਵਿਡ ਦਾ ਸਮਾਂ ਦੇਖਿਆ, ਕੋਵਿਡ ਦੇ ਸਮੇਂ 'ਚ ਫੌਜ ਨੇ ਕਿੰਨੀ ਮਦਦ ਕੀਤੀ ਆਮ ਲੋਕਾਂ ਨੂੰ ਜੀ। ਜਿੱਥੇ ਭੋਜਨ ਨਹੀਂ ਸੀ ਜਾ ਸਕਦਾ, ਫੌਜ ਨੇ ਜਹਾਜ਼ਾਂ 'ਚ ਜਾ ਕੇ ਉੱਥੇ ਭੋਜਨ ਪਹੁੰਚਾਇਆ। ਸਾਡਾ ਕੋਈ ਬੱਚਾ ਖੱਡ 'ਚ ਡਿੱਗ ਜੇ ਤੇ ਫੌਜ ਆ ਜਾਂਦੀ ਹੈ ਤੁਰੰਤ। ਸਾਡੇ ਕੋਈ ਐਮਰਜੈਂਸੀ ਹੋਵੇ ਤਾਂ ਫੌਜ ਲੱਗਦੀ ਹੈ। ਭਗਵੰਤ ਮਾਨ ਹੋਣਾ ਤੋਂ ਲੈਂਡ ਆਰਡਰ ਚੁਣੌਤੀ ਬਣਿਆ ਤੇ ਇਹਨਾਂ ਨੇ ਫੌਜ ਦੀਆਂ 10 ਟੁਕੜੀਆਂ ਮੰਗ ਲੀਆਂ, CRPF ਦੀਆਂ ਟੁਕੜੀਆਂ ਆਈਆਂ। ਸੋ ਫੌਜ ਤੋਂ ਬਿਨਾਂ ਜਿਹੜਾ ਮੁਲਕ ਹੈ ਉਹ ਨਹੀਂ ਚੱਲ ਸਕਦਾ। ਫੌਜ ਸਾਡੀ ਰੀੜ੍ਹ ਦੀ ਹੱਡੀ ਹੈ। ਫੌਜ ਕਰਕੇ ਹੀ ਅਸੀਂ ਸਰਹੱਦਾਂ ਤੇ ਅਸੀਂ ਸੁਰੱਖਿਅਤ ਹਾਂ। ਸੋ ਫੌਜ ਦੇ ਫੈਸਲਿਆਂ ਦਾ ਪੋਲੀਟੀਕਲ ਪਾਰਟੀਆਂ ਨੂੰ ਵਿਰੋਧ ਬਿਲਕੁਲ ਨਹੀਂ ਕਰਨਾ ਚਾਹੀਦਾ। ਪੋਲੀਟੀਕਲ ਪਾਰਟੀਆਂ ਨੂੰ ਧਿਰ ਨਹੀਂ ਬਣਨਾ ਚਾਹੀਦਾ। ਅਗਰ ਨੌਜਵਾਨਾਂ ਨੂੰ ਨਾਰਾਜ਼ਗੀ ਹੈ, ਫੌਜ ਔਰ ਨੌਜਵਾਨ ਉਹ ਆਪਸ 'ਚ ਇਸ ਨਾਰਾਜ਼ਗੀ ਨੂੰ ਦੂਰ ਕਰਨਗੇ। ਉਹਨੂੰ ਉਕਸਾਵਾ ਹਵਾ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਔਰ ਮੈਨੂੰ ਇਹ ਲੱਗਦਾ ਹੈ ਕਿ ਪੋਲੀਟੀਕਲ ਪਾਰਟੀਆਂ ਨੇ ਇਸ ਤਰੀਕੇ ਦਾ ਵਿਰੋਧ ਕਰਕੇ ਆਪਣੀ ਸਿਆਸੀ ਇੱਜ਼ਤ ਵੀ ਘਟਾਈ ਹੈ, ਕਿਉਂਕਿ ਨੌਜਵਾਨ ਵੀ ਫੌਜ ਨਾਲ ਸਿੱਧਾ ਕਨੈਕਟ ਹੋਣਾ ਚਾਹੁੰਦਾ। ਜਦੋਂ ਨੌਜਵਾਨ ਸਿੱਧਾ ਕਨੈਕਟ ਹੋ ਜਾਊਗਾ ਫੌਜ ਨਾਲ, ਉਹਨਾਂ ਦੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ। ਔਰ ਜੇ ਫੌਜ ਨੂੰ ਇਹ ਰਿਅਲਾਈਜ਼ ਹੁੰਦਾ ਕਿ ਅਸੀਂ ਕੁਝ ਹੋਰ ਚੀਜ਼ਾਂ ਆਫਰ ਕਰ ਸਕਦੇ ਹਾਂ ਤੇ ਫੌਜ ਨੇ ਉਹ ਵੀ ਆਫਰ ਕਰ ਦੇਣੀਆਂ ਨੇ। ਹੁਣ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਵੀ ਮਿਲ ਰਹੇ ਨੇ, ਮੈਨੂੰ ਲੱਗਦਾ ਦੇਸ਼ ਭਰ ਦੇ ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਵੀ ਮਿਲ ਕੇ ਜਾਣਨਾ ਚਾਹੁੰਦੇ ਹੋਣਗੇ ਕਿ ਕੀ ਦੂਰਗਾਮੀ ਤੌਰ ਦੇ ਉੱਤੇ ਸਾਨੂੰ ਕੋਈ ਚਿੰਤਾ ਵਾਲੀ ਸਥਿਤੀ ਤਾਂ ਨਹੀਂ ਆਏਗੀ। ਤੇ ਫੌਜ ਆਪਣੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾਲ, ਮੁਖੀ ਦੇ ਨਾਲ, ਦੇਸ਼ ਦੇ ਨਾਲ ਸਾਂਝੀਆਂ ਕਰੂਗੀ।
ਮੈਨੂੰ ਨਹੀਂ ਲੱਗਦਾ ਕਿ ਫੌਜ ਇਹਦੇ 'ਚ ਕੋਈ ਬਦਲਾਅ ਕਰੂਗੀ, ਔਰ ਨੌਜਵਾਨਾਂ ਨੂੰ ਇਹਨੂੰ ਅਡਾਪਟ ਕਰਨਾ ਚਾਹੀਦਾ। 21 ਸਾਲ ਦੀ ਉਮਰ ਤੁਸੀਂ ਗ੍ਰੈਜੂਏਸ਼ਨ ਕਰਕੇ ਨਾਲ ਆ ਜਾਓਗੇ, ਨਾਲੇ ਤੁਹਾਨੂੰ 12 ਲੱਖ ਰੁਪਇਆ 11,71,000 ਮਿਲੂਗਾ। ਜਿਹੜੇ ਗ੍ਰੈਜੂਏਸ਼ਨ ਕਰਕੇ ਗਏ ਨੇ ਉਹਨਾਂ ਦੀ MBA ਹੋ ਜੂਗੀ। ਉਸ ਤੋਂ ਬਾਅਦ ਤੁਸੀਂ ਦੇਸ਼ 'ਚ ਵੱਖ-ਵੱਖ ਥਾਂ ਤੇ ਰਾਖਵਾਂ ਕਰਨ ਦਾ ਲਾਭ ਲਓਗੇ। ਤੁਸੀਂ ਫੌਜ ਦੇ ਵਿੱਚ ਵੀ ਹੋਰ ਪੋਸਟਾਂ ਲਈ ਸਿੱਧੇ ਐਲੀਜੀਬਲ ਹੋ ਜਾਓਗੇ ਅਪਲਾਈ ਕਰਨ ਲਈ। ਸੋ ਇਹਨੂੰ ਦੂਰ ਵੱਡੇ ਵਿਜ਼ਨ ਦੇ ਨਾਲ ਇਹਨੂੰ ਦੇਖਣ ਦੀ ਜ਼ਰੂਰਤ ਹੈ ਹਰਜੋਤ ਜੀ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਤੇ ਇਸ ਦੇ ਨਾਲ ਹੀ ਅਗਰ ਅਸੀਂ ਗੱਲ ਕਰੀਏ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਵਿੱਚ ਜੋ ਅਪਡੇਟ ਆਇਆ ਕਿ 2 ਸ਼ੂਟਰ ਜੋ ਹੈ ਫੜੇ ਗਏ ਨੇ, ਤੇ ਨਾਲ ਨਾਲ ਦੂਜੇ ਪਾਸੇ ਪਰਿਵਾਰ ਵੱਲੋਂ ਅਗਰ ਗੱਲ ਕਰੀਏ, ਪਰਿਵਾਰ ਨੇ ਲੋਕਾਂ ਨੂੰ ਬੇਨਤੀ ਕੀਤੀ, ਅਪੀਲ ਜ਼ਰੂਰ ਕੀਤੀ ਹੈ, ਕਿਉਂਕਿ ਲਗਾਤਾਰ ਲੋਕ ਪੰਜਾਬ ਭਰ ਵਿੱਚ ਜਿੱਥੇ ਜਿਹਨੂੰ ਹਰੇਕ ਨੂੰ ਹੈ ਕਿ ਅਸੀਂ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਈਏ, ਤਾਂ ਪਰਿਵਾਰ ਵੱਲੋਂ ਹੁਣ ਇਹ ਵੀ ਅਪੀਲ ਕੀਤੀ ਗਈ ਹੈ ਕਿ ਐਤਵਾਰ ਵਾਲੇ ਦਿਨ ਹੀ ਜੋ ਹੈ ਸਾਰੇ ਲੋਕ ਆਣ। ਪਰ ਸਭ ਤੋਂ ਪਹਿਲਾਂ ਗੱਲ ਅਗਰ ਕਰੀਏ, 2 ਸ਼ੂਟਰ ਫੜੇ ਗਏ ਨੇ, ਵੱਡਾ ਅਪਡੇਟ ਜ਼ਰੂਰ ਸਾਹਮਣੇ ਆਇਆ, ਪਰ ਨਾਲ ਦੇ ਨਾਲ ਹੋਰ ਵੀ ਕਈ ਲਿੰਕ, ਕਈ ਗੱਲਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਬਿਲਕੁਲ ਜੀ, ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਹੈ, 2 ਸ਼ੂਟਰ ਫੜੇ ਨੇ, ਕੁੱਲ 3 ਲੋਕ ਫੜੇ ਨੇ। ਪੁਲਿਸ ਨੇ ਬਹੁਤ ਸਾਰਾ ਅਸਲਾ ਦਿਖਾਇਆ ਹੈ, ਪਿਸਤੌਲਾਂ ਦਿਖਾਈਆਂ, ਹੈਂਡ ਗ੍ਰਨੇਡ ਦਿਖਾਏ, ਔਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਗਰ AK-47 ਵਰਗੇ ਅਗਰ ਹਥਿਆਰਾਂ ਦੇ ਨਾਲ ਉਹ ਆਪਣੇ ਮਿਸ਼ਨ 'ਚ ਕਾਮਯਾਬ ਨਾ ਹੁੰਦੇ ਤੇ ਉਹਨਾਂ ਦੀ ਯੋਜਨਾ ਸੀ ਕਿ ਉਹ ਹੈਂਡ ਗ੍ਰਨੇਡ ਦੀ ਵਰਤੋਂ ਵੀ ਕਰ ਸਕਦੇ ਸੀ। ਸੋ ਇਹ ਪੂਰੇ ਦਿੱਲੀ ਦੀ ਪੁਲਿਸ ਨੇ ਜਿਹੜਾ ਸਪੈਸ਼ਲ ਸੈੱਲ ਨੇ ਉਹਨਾਂ ਤੋਂ ਹੋਰ ਵੀ ਪੁੱਛਗਿੱਛ ਕਰਨੀ ਆ, ਆਉਂਦੇ ਦਿਨਾਂ 'ਚ ਹੋਰ ਵੀ ਖੁਲਾਸੇ ਹੋਣਗੇ। ਮੈਨੂੰ ਲੱਗਦਾ ਇਹ ਬਹੁਤ ਵੱਡੀ ਯੋਜਨਾ ਦੇ ਨਾਲ ਸਿੱਧੂ ਮੂਸੇਵਾਲੇ ਦਾ ਮਾਮਲਾ ਜਿਹੜਾ ਇਹ ਅੰਜਾਮ ਦਿੱਤਾ ਗਿਆ, ਔਰ ਇਹ ਬੜਾ ਮੰਦਭਾਗਾ। ਔਰ ਸਾਡੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਜਾਂ ਪੁਲਿਸ ਦੀਆਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ, ਉਹਨਾਂ ਦੀ ਵੀ ਕਿਤੇ ਨਾ ਕਿਤੇ ਨਾਕਾਮਯਾਬੀ ਹੈ। ਔਰ ਅਜਿਹੇ ਲੋਕ ਜਿਹੜੇ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਨੇ, ਜ਼ਰੂਰ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜੇ ਜ਼ਰੂਰੀ ਬੰਦੋਬਸਤ ਨੇ ਉਹ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਨੇ। ਕਿਸੇ ਵੀ ਸੂਬੇ 'ਚ ਅਗਰ ਇਸ ਤਰੀਕੇ ਦੀਆਂ ਇਨਪੁਟਸ ਆਉਂਦੀਆਂ ਨੇ, ਉਹ ਦੂਜੇ ਸੂਬੇ ਨਾਲ ਸ਼ੇਅਰ ਹੋਣੀਆਂ ਚਾਹੀਦੀਆਂ ਨੇ। ਪਰ ਪੁਲਿਸ ਇਸ ਮਾਮਲੇ ਨੂੰ ਹੱਲ ਕਰਨ ਦੀ ਦਿਸ਼ਾ ਦੇ ਵਿੱਚ ਅੱਗੇ ਵਧੀ ਹੈ, ਪਰ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਜਾ ਚੁੱਕਿਆ ਹੈ। ਹੁਣ ਜ਼ਰੂਰ ਅਗਰ ਸਾਰੇ ਕਾਤਲ ਲੱਭ ਲਏ ਜਾਣ, ਪੂਰੇ ਮਾਮਲੇ ਦਾ ਪਤਾ ਲੱਗ ਜੇ ਇਹਨੂੰ ਕਿਵੇਂ ਅੰਜਾਮ ਦਿੱਤਾ ਗਿਆ ਸੀ, ਤੇ ਪੁਲਿਸ ਨੂੰ ਹਰ ਅਜਿਹੇ ਕੇਸ ਦੇ ਵਿੱਚੋਂ ਕੁਝ ਜਾਣਕਾਰੀਆਂ ਮਿਲਦੀਆਂ ਨੇ ਜਿਹੜੀਆਂ ਭਵਿੱਖ 'ਚ ਕੰਮ ਆਉਂਦੀਆਂ ਨੇ ਕਿ ਦੁਬਾਰਾ ਕੋਈ ਲੋਕ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਨਾ ਦੇਣ। ਆਸ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਕੇਸ ਨਾਲ ਜੁੜੇ ਸਾਰੇ ਜਿਹੜੇ ਲੋਕ ਨੇ, ਦੋਸ਼ੀ ਨੇ, ਉਹ ਜਲਦ ਗ੍ਰਿਫਤਾਰ ਹੋਣਗੇ ਤੇ ਉਹ ਸਜ਼ਾਵਾਂ ਦੇ ਲਈ ਉਹਨਾਂ ਨੂੰ ਵੀ ਜੇਲ੍ਹ ਭੇਜਿਆ ਜਾਏਗਾ। ਬਾਕੀ ਮਾਂ-ਬਾਪ ਦੀ ਜਿਹੜੀ ਅਪੀਲ ਹੈ, ਭਾਵਨਾਤਮਕ ਅਪੀਲ ਹੈ, ਉਹਦਾ ਜ਼ਰੂਰ ਸਨਮਾਨ ਹੋਣਾ ਚਾਹੀਦਾ ਹੈ। ਸੋ ਉਹਨਾਂ ਨੇ ਜ਼ਰੂਰ ਸਾਰਿਆਂ ਨੂੰ ਕਿਹਾ ਕਿ ਤੁਸੀਂ ਐਤਵਾਰ ਨੂੰ ਜ਼ਰੂਰ, ਅਸੀਂ ਚਾਹਾਂਗੇ ਕਿ ਐਤਵਾਰ ਨੂੰ ਅਸੀਂ ਵੀ ਸਮਾਂ ਕੱਢੀਏ ਤੇ ਤੁਸੀਂ ਵੀ ਐਤਵਾਰ ਨੂੰ ਆ ਸਕਦੇ ਹੋ, ਜਿਹਦੇ ਨਾਲ ਸਾਰਿਆਂ ਦੇ ਲਈ ਇੱਕ ਜਿਹੜਾ ਹੈਗਾ ਉਹ ਇੱਕ ਬਿਲਕੁਲ, ਕਿਉਂਕਿ ਮੂਸੇਵਾਲੇ ਨੂੰ ਯਾਦ ਕਰਨ ਦਾ ਮੌਕਾ ਮਿਲੂਗਾ, ਸ਼ਰਧਾਂਜਲੀ ਦੇਣ ਦਾ ਮੌਕਾ ਮਿਲੂਗਾ। ਬਿਲਕੁਲ, ਕਿਉਂਕਿ ਅਜਿਹਾ ਦੁੱਖ ਹੈ ਇੱਕ ਕਿ ਹਰ ਕੋਈ ਜਿਹੜਾ ਵੀ ਸੁਣਦਾ ਇਸ ਦੁੱਖ ਨੂੰ, ਜਿੰਨੇ ਵੀ ਇਸ ਦੁੱਖ ਨੂੰ ਮਹਿਸੂਸ ਕੀਤਾ, ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਜੋ ਹੈ ਦੁੱਖ ਵੰਡਾ ਕੇ ਆਈਏ। ਪਰ ਪਰਿਵਾਰ ਦੇ ਲਈ ਵੀ ਕਿਤੇ ਨਾ ਕਿਤੇ ਵਾਕਈ ਮੁਸ਼ਕਿਲ ਜ਼ਰੂਰ ਹੋ ਰਿਹਾ ਹੋਣਾ ਕਿ ਲਗਾਤਾਰ ਲੋਕ ਜਿਵੇਂ ਉਹਨਾਂ ਨੂੰ ਮਿਲਣ ਪਹੁੰਚ ਰਹੇ ਨੇ। ਇਸੇ ਲਈ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਐਤਵਾਰ ਦੇ ਦਿਨ ਹੀ ਜੋ ਹੈ ਲੋਕ ਉਹਨਾਂ ਨੂੰ ਮਿਲਣ ਲਈ ਆਉਣ, ਜਦੋਂ ਵੀ ਆਉਣਾ ਚਾਹੁੰਦੇ ਨੇ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਖੁੱਲ ਕੇ ਜੋ ਹੈ ਚਰਚਾ ਕੀਤੀ ਹੈ, ਦਰਸ਼ਕਾਂ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਹਰ ਵਾਰ ਧੰਨਵਾਦ ਕਰਦੇ ਹਾਂ, ਅੱਜ ਵੀ ਧੰਨਵਾਦ ਕਰਾਂਗੇ ਕਿ ਲਗਾਤਾਰ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ, ਆਪਣੇ ਵਿਚਾਰ ਕਮੈਂਟ ਜ਼ਰੀਏ ਸਾਡੇ ਤੱਕ ਪਹੁੰਚਾਉਂਦੇ ਨੇ। ਇਸੇ ਤਰੀਕੇ ਨਾਲ ਆਪਣਾ ਪਿਆਰ ਪ੍ਰੋਗਰਾਮ ਦੇ ਨਾਲ ਬਣਾਈ ਰੱਖੋ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਖਾਸ ਤੌਰ ਤੇ ਧੰਨਵਾਦ। ਤੁਸੀਂ ਸਮਾਂ ਕੱਢ ਕੇ, ਕਿਉਂਕਿ ਸਾਰੇ ਸਾਡੇ ਜਿਹੜੇ ਸਰੋਤੇ ਨੇ ਹਰਜੋਤ ਜੀ, ਉਹਨਾਂ ਨੂੰ ਪਤਾ ਹੈ ਜਦੋਂ ਗਗਨਦੀਪ ਵੀ ਆਪਣੀ ਟੀਮ ਦਾ ਹਿੱਸਾ ਸੀ, ਬਹੁਤ ਜਲਦ ਗਗਨਦੀਪ ਸਿੰਘ ਵੀ ਵਾਪਸ ਮੁੜ ਸਕਦੇ ਨੇ। ਸੋ ਉਦੋਂ ਵੀ ਅਸੀਂ ਜਿਹੜਾ ਇਹ ਪ੍ਰੋਗਰਾਮ ਹੈ ਇਹ ਰਾਤ ਨੂੰ 12, 12:30, 1 ਵਜੇ ਅਸੀਂ ਰਿਕਾਰਡ ਕਰਿਆ ਕਰਦੇ ਸੀ। ਔਰ ਹੁਣ ਵੀ ਸਾਡੇ ਜਿਹੜੇ ਪ੍ਰੋਗਰਾਮ ਦੀ ਰਿਕਾਰਡਿੰਗ ਦਾ ਟਾਈਮ ਹੈ ਉਹ ਭਾਰਤੀ ਸਮੇਂ ਦੇ ਮੁਤਾਬਕ ਰਾਤ ਨੂੰ 12, 12:30, ਕਈ ਵਾਰੀ 1, 1:30 ਵੀ ਵੱਜ ਜਾਂਦੇ ਨੇ। ਸੋ ਇਸ ਕਰਕੇ ਹਰਜੋਤ ਜੀ ਵੀ ਬਹੁਤ ਤਿਆਰੀ ਕਰਦੇ ਨੇ, ਬਹੁਤ ਮਿਹਨਤ ਕਰਦੇ ਨੇ, ਬਹੁਤ ਚੰਗੇ ਪੱਤਰਕਾਰ ਨੇ, ਤਜਰਬੇਕਾਰ ਪੱਤਰਕਾਰ ਨੇ। ਕਈ ਟੈਲੀਵਿਜ਼ਨ, ਕੌਮੀ ਟੈਲੀਵਿਜ਼ਨ ਚੈਨਲਾਂ ਦੇ ਵਿੱਚ ਵੀ ਹਰਜੋਤ ਜੀ ਲੰਮਾ ਸਮਾਂ ਪੱਤਰਕਾਰਤਾ ਕਰਦੇ ਰਹੇ ਨੇ। ਔਰ ਅਸੀਂ ਵੀ ਹੁਣ E9 ਪੰਜਾਬੀ ਦੇ ਇਸ ਪਲੇਟਫਾਰਮ ਤੋਂ ਪਹਿਲਾਂ 15 ਸਾਲ ਪਹਿਲਾਂ ਅਸੀਂ ਵੀ ਹਰਜੋਤ ਜੀ, ਅਸੀਂ ਸਾਰੇ ਦਿੱਲੀ 'ਚ ਇਕੱਠੇ ਇੱਕੋ ਚੈਨਲ ਦੇ ਵਿੱਚ ਅਸੀਂ ਪੱਤਰਕਾਰਤਾ ਦੇ ਤੌਰ ਤੇ ਕੰਮ ਕਰਦੇ ਰਹੇ ਹਾਂ। ਸੋ ਭੂਮਿਕਾ, ਰੋਲ ਜ਼ਿੰਦਗੀ 'ਚ ਬਦਲਦੇ ਰਹਿੰਦੇ ਨੇ, ਪਰ ਜਿਹੜਾ ਸੇਵਾ ਦਾ ਮਿਸ਼ਨ ਹੈ ਪੱਤਰਕਾਰਤਾ ਦੇ ਜ਼ਰੀਏ,
ਉਹ ਉਸੇ ਤਰ੍ਹਾਂ ਜਾਰੀ ਰਹਿੰਦਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਜੋਤ ਜੀ। ਅੱਧੀ ਰਾਤ ਨੂੰ 12, 12:30, 1 ਵਜੇ, 1:30 ਵਜੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਸਮਾਂ ਕੱਢਦੇ ਹੋ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਬਹੁਤ ਧੰਨਵਾਦ।